ਸਾਰਿਆਂ ਨੂੰ ਅੱਜ ਜ਼ਬੂਰ ਜ਼ੋਨ Psalms in ਪੰਜਾਬੀ ਕੰਟੈਕਸਟ ਦੇ ਵਿੱਚ ਅਸੀਂ ਫਿਰ ਤੋਂ ਦਾਊਦ ਦੀ ਜ਼ਬੂਰਾਂ ਤੇ ਗੌਰ ਕਰਾਂਗੇ। ਤਾਂ ਅੱਜ ਦੇ ਐਪੀਸੋਡ ਵਿੱਚ ਅਸੀਂ ਜ਼ਬੂਰ 10 ਤੇ ਗੌਰ ਕਰਾਂਗੇ। ਸਾਡੇ ਵਿੱਚ ਅੱਜ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਵਚਨ ਵਿੱਚੋਂ ਪੜ੍ਹਨਗੇ ਤਾਂ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਦੇਣਗੇ। ਸਾਡੇ ਵਿੱਚ ਅੱਜ ਸਾਡੇ ਮਿਊਜ਼ੀਸ਼ੀਅਨ ਅੰਕਲ ਕਾਸ਼ਿਫ ਵੀ ਮੌਜੂਦ ਹੈ ਤੇ ਇਹਨਾਂ ਤੋਂ ਮੈਂ ਰਿਕੁਐਸਟ ਕਰਾਂਗੀ ਕਿ ਇਹ ਜ਼ਬੂਰ 10 ਦਾ ਪਹਿਲਾ ਹਿੱਸਾ ਸਾਨੂੰ ਗਾ ਕੇ ਸੁਣਾਉਣਗੇ। ਜੈ ਮਸੀਹ ਦੀ ਸਾਰਿਆਂ ਨੂੰ। ਜ਼ਬੂਰ 10 ਦਾ ਪਹਿਲਾ ਹਿੱਸਾ। ਖੁਦਾਇਆ ਆਪਣੇ ਤਾਈਂ ਤੂੰ ਸਾਥੋਂ ਕਿਉਂ ਛੁਪਾਇਆ ਏ। ਖੁਦਾਇਆ ਆਪਣੇ ਤਾਈਂ ਤੂੰ ਸਾਥੋਂ ਕਿਉਂ ਛੁਪਾਇਆ ਏ। ਖੁਦਾਇਆ ਆਪਣੇ ਤਾਈਂ ਤੂੰ ਸਾਥੋਂ ਕਿਉਂ ਛੁਪਾਇਆ ਏ। ਖਲੋਤਾ ਦੂਰ ਕਿਉਂ ਰਹਿੰਦਾ ਜਦੋਂ ਦੁੱਖ ਸਿਰ ਤੇ ਆਇਆ ਏ। ਖਲੋਤਾ ਦੂਰ ਕਿਉਂ ਰਹਿੰਦਾ ਜਦੋਂ ਦੁੱਖ ਸਿਰ ਤੇ ਆਇਆ ਏ। ਕਲੇਜਾ ਜਲਦਾ ਜਿਸਦਾ ਹਾਂਕਰਾਂ ਤੋਂ ਸ਼ਰੀਰਾਂ ਦੇ। ਕਲੇਜਾ ਜਲਦਾ ਜਿਸਦਾ ਹਾਂਕਰਾਂ ਤੋਂ ਸ਼ਰੀਰਾਂ ਦੇ। ਜੋ ਮਨਸੂਬੇ ਉਹ ਬਣਦੇ ਹਨ ਉਹ ਆਪ ਉਹਨਾਂ ਵਿੱਚ ਫਸਦੇ। ਜੋ ਮਨਸੂਬੇ ਉਹ ਬਣਦੇ ਹਨ ਉਹ ਆਪ ਉਹਨਾਂ ਵਿੱਚ ਫਸਦੇ। ਖੁਦਾਇਆ ਆਪਣੇ ਤਾਈਂ ਤੂੰ ਸਾਥੋਂ ਕਿਉਂ ਛੁਪਾਇਆ ਏ। ਆਮੀਨ। ਥੈਂਕ ਯੂ ਅੰਕਲ ਕਾਸ਼ਿਫ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਰੀਡਿੰਗ ਵਿੱਚ ਚੱਲੀਏ ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। ਆਓ ਅਸੀਂ ਸਾਰੇ ਖੁਦਾ ਦੀ ਹਜ਼ੂਰੀ 'ਚ ਚੱਲੀਏ ਤੇ ਉਸ ਦੀ ਦਿੱਤੀ ਜ਼ਿੰਦਗੀ ਦਾ ਧੰਨਵਾਦ ਕਰੀਏ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਤੂੰ ਸਾਨੂੰ ਅੱਜ ਦੇ ਦਿਨ ਤੱਕ ਸੰਭਾਲ ਕੇ ਰੱਖਿਆ। ਖਾਸ ਤੌਰ ਤੇ ਇਸ ਮੌਕੇ ਕਰਦੇ ਹਾਂ ਜੋ ਤੂੰ ਜ਼ਿੰਦਗੀ ਤੱਕ ਜੋ ਕੁਛ ਵੀ ਖੁਦਾਵੰਦ ਤੇਰੇ ਕਲਾਮ ਦੇ ਵਿੱਚੋਂ ਤੇਰਾ ਬੰਦਾ ਸਾਨੂੰ ਅੱਜ ਸਿਖਾਉਂਦਾ ਹੈ ਖੁਦਾਵੰਦ ਉਹ ਤੇਰੀ ਤਰਫੋਂ ਹੈ ਨਾ ਕਿ ਉਹਨਾਂ ਦੀ ਤਰਫੋਂ। ਉਹਨਾਂ ਨੂੰ ਖੁਦਾਵੰਦ ਹੋਰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਸੁਣਨ ਵਾਲਿਆਂ ਦੇ ਨਾਲ ਹੋ ਖੁਦਾਵੰਦ ਉਹਨਾਂ ਨੂੰ ਵੀ ਆਸ਼ੀਸ਼ ਤੇ ਬਰਕਤ ਦੇ। ਇਹ ਸਭ ਕੁਛ ਮੰਗਦੇ ਤੇਰੇ ਬੇਟੇ ਆਪਣੇ ਨਜਾਤ ਦਿੰਦਾ ਯਿਸੂ ਨਾਸਰੀ ਦੇ ਜਲਾਲੀ ਪਵਿੱਤਰ ਲਹੂ 'ਚ ਮੰਗਦੇ ਹਾਂ ਆਮੀਨ। ਆਮੀਨ। ਥੈਂਕ ਯੂ ਅੰਕਲ ਜੋਸ਼ੂਆ। ਆਓ ਹੁਣ ਅਸੀਂ ਅੱਜ ਦੀ ਰੀਡਿੰਗ ਵਿੱਚ ਚੱਲਾਂਗੇ ਅੰਕਲ ਜੋਸ਼ੂਆ ਤੇ ਆਂਟੀ ਜੋਤੀ ਦੇ ਨਾਲ। ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਜਿੰਨੇ ਵੀ ਖੁਦਾਵੰਦ ਦੇ ਲੋਕ ਸਾਨੂੰ ਇਸ ਵਕਤ ਆਨਲਾਈਨ ਦੇਖ ਰਹੇ ਹਨ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਔਰ ਤੁਹਾਡੀਆਂ ਫੈਮਲੀਆਂ ਨੂੰ ਖੁਦਾਵੰਦ ਆਪਣੇ ਹੱਥਾਂ ਵਿੱਚ ਸੰਭਾਲ ਕੇ ਰੱਖੇ। ਅੱਜ ਅਸੀਂ ਪੜਾਂਗੇ ਜ਼ਬੂਰ ਨੰਬਰ 10। ਇਸ ਦਾ ਜਿਹੜਾ ਮੇਨ ਟਾਈਟਲ ਹੈ ਇੱਕ ਦੁਖੀ ਦੀ ਪ੍ਰਾਰਥਨਾ। ਸੰਗੀਤ ਦਲ ਦੇ ਆਗੂ ਲਈ ਸ਼ਮੀ ਨੀਤ ਉੱਤੇ ਦਾਊਦ ਦਾ ਭਜਨ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। ਹੇ ਪ੍ਰਭੂ ਤੂੰ ਦੂਰ ਕਿਉਂ ਖੜਾ ਰਹਿੰਦਾ ਹੈ ਅਤੇ ਮੇਰੇ ਦੁੱਖ ਦੇ ਸਮੇਂ ਕਿਉਂ ਆਪਣੇ ਆਪ ਨੂੰ ਲੁਕਾਉਂਦਾ ਹੈ। ਆਇਤ ਦੂਸਰੀ। ਦੁਸ਼ਟ ਆਪਣੇ ਹੰਕਾਰ ਵਿੱਚ ਮਸਕੀਨਾਂ ਦਾ ਪਿੱਛਾ ਤੁੰਦੀ ਨਾਲ ਕਰਦਾ ਹੈ। ਜਿਹੜੀਆਂ ਜੁਗਤਾਂ ਉਹਨਾਂ ਨੇ ਸੋਚੀਆਂ ਉਹਨਾਂ ਵਿੱਚ ਉਹ ਆਪ ਫਸ ਜਾਣ। ਤੀਸਰੀ ਆਇਤ। ਦੁਸ਼ਟ ਮਨੁੱਖ ਆਪਣੇ ਮਨ ਦੀਆਂ ਇਛਾਵਾਂ ਤੇ ਹੰਕਾਰ ਕਰਦਾ ਹੈ। ਲਾਲਚੀ ਮਨੁੱਖ ਪ੍ਰਭੂ ਵੱਲੋਂ ਆਪਣਾ ਮੂੰਹ ਮੋੜ ਕੇ ਉਸਨੂੰ ਬੁਰਾ ਭਲਾ ਕਹਿੰਦਾ ਹੈ। ਚੌਥੀ ਆਇਤ। ਦੁਸ਼ਟ ਆਪਣੇ ਮੁਖ ਦੇ ਹੰਕਾਰ ਦੇ ਕਾਰਨ ਉਹਨੂੰ ਨਹੀਂ ਪਾਲੇਗਾ। ਉਸ ਦਾ ਸਾਰਾ ਵਿਚਾਰ ਇਹ ਹੈ ਭਈ ਪਰਮੇਸ਼ਵਰ ਹੈ ਹੀ ਨਹੀਂ। ਆਇਤ ਨੰਬਰ 5। ਦੁਸ਼ਟ ਦਾ ਹਰ ਕੰਮ ਸਫਲ ਹੁੰਦਾ ਹੈ ਤੇਰੇ ਨਿਆਂ ਦਾ ਉਸ ਤੇ ਕੋਈ ਅਸਰ ਨਹੀਂ ਹੁੰਦਾ। ਉਹ ਉਸ ਤੋਂ ਦੂਰ ਹੈ ਅਤੇ ਉਹ ਸਭ ਬੈਰੀਆਂ ਤੇ ਹੱਸਦਾ ਹੈ। ਆਇਤ ਨੰਬਰ 6। ਉਹ ਆਪਣੇ ਮਨ ਵਿੱਚ ਆਖਦਾ ਹੈ ਭਾਈ ਮੈਂ ਕਦੇ ਨਾ ਡੋਲਾਂਗਾ ਪੀੜੀਓ ਪੀੜੀ ਵਿੱਚ ਨਹੀਂ ਹੋਵਾਂਗਾ। ਆਇਤ ਨੰਬਰ 7। ਉਸ ਦਾ ਮੂੰਹ ਕਪਟ ਅਤੇ ਅਤਿਆਚਾਰ ਨਾਲ ਭਰਿਆ ਹੈ। ਉਸ ਦੇ ਬੁੱਲਾਂ ਤੇ ਹਰ ਸਮੇਂ ਘਿਰਨਾ ਅਤੇ ਅਪਮਾਨ ਹੈ। ਆਇਤ 8। ਉਹ ਪਿੰਡਾਂ ਦੇ ਓਲਿਆਂ ਵਿੱਚ ਬਹਿੰਦਾ ਹੈ। ਉਹ ਗੁਪਤ ਥਾਵਾਂ ਵਿੱਚ ਨਿਰਦੋਸ਼ਾਂ ਦਾ ਘਾਤ ਕਰਦਾ ਹੈ।
ਉਹਦੀਆਂ ਅੱਖੀਆਂ ਅਨਾਥਾਂ ਦੀ ਤੱਕ ਵਿੱਚ ਲੱਗੀਆਂ ਹੋਈਆਂ ਹਨ। ਆਇਤ ਨੰਬਰ 9, ਉਹ ਸ਼ੇਰ ਦੇ ਵਾਂਗ ਆਪਣੇ ਲੁਕਣ ਦੀ ਥਾਂ ਤੇ ਬੈਠਦਾ ਹੈ। ਉਹ ਲੁਕ ਕੇ ਬੈਠਦਾ ਹੈ ਕਿ ਗਰੀਬ ਨੂੰ ਫੜੇ। ਉਹ ਅੰਤ ਗਰੀਬ ਨੂੰ ਫੜ ਲੈਂਦਾ ਹੈ ਅਤੇ ਆਪਣੇ ਜਾਲ ਵਿੱਚ ਫਸਾ ਲੈਂਦਾ ਹੈ। ਆਇਤ 10, ਉਹ ਦਾਬਾ ਮਾਰ ਕੇ ਝੁਕ ਜਾਂਦਾ ਹੈ। ਅਨਾਥ ਉਹਦੀਆਂ ਬਾਲ ਵਾਲੇ ਹੱਥੀਂ ਡਿੱਗ ਪੈਂਦੇ ਹਨ। 11 ਆਇਤ, ਦੁਸ਼ਟ ਮਨੁੱਖ ਆਪਣੇ ਮਨ ਵਿੱਚ ਕਹਿੰਦਾ ਹੈ, ਪਰਮੇਸ਼ਵਰ ਭੁੱਲ ਗਿਆ ਹੈ, ਉਸਨੇ ਆਪਣਾ ਚਿਹਰਾ ਲੁਕਾ ਲਿਆ, ਉਹ ਇਹ ਸਭ ਕਦੀ ਵੀ ਨਹੀਂ ਦੇਖੇਗਾ। ਆਇਤ 12, ਉੱਠ ਹੇ ਯਹੋਵਾ, ਹੇ ਪਰਮੇਸ਼ਵਰ, ਆਪਣਾ ਹੱਥ ਚੁੱਕ, ਮਸਕੀਨਾਂ ਨੂੰ ਨਾ ਵਿਸਾਰ। ਆਇਤ ਨੰਬਰ 13, ਇੱਕ ਦੁਸ਼ਟ ਮਨੁੱਖ ਪਰਮੇਸ਼ਵਰ ਦਾ ਇਸ ਤਰ੍ਹਾਂ ਅਪਮਾਨ ਕਰਦਾ ਹੈ। ਉਹ ਆਪਣੇ ਮਨ ਵਿੱਚ ਕਿਉਂ ਕਹਿੰਦਾ ਹੈ, ਤੂੰ ਇਸ ਸਭ ਦਾ ਲੇਖਾ ਨਹੀਂ ਲਵੇਂਗਾ। ਆਇਤ ਨੰਬਰ 14, ਤੈਂ ਤਾਂ ਵੇਖਿਆ ਹੈ ਕਿਉਂ ਜੋ ਤੂੰ ਸ਼ਰਾਰਤ ਅਰ ਢਾਹ ਉੱਤੇ ਨਿਗਾਹ ਰੱਖਦਾ ਹੈ, ਭਈ ਆਪਣੇ ਹੀ ਹੱਥ ਵਿੱਚ ਲੈ ਲਵੇਂ। ਅਨਾਥ ਆਪਣੇ ਆਪ ਨੂੰ ਤੇਰੇ ਉੱਤੇ ਛੱਡਦਾ ਹੈ, ਯਤੀਮ ਦਾ ਸਹਾਇਕ ਤੂੰ ਹੀ ਰਿਹਾ ਹੈ। ਆਇਤ ਨੰਬਰ 15, ਤੂੰ ਦੁਸ਼ਟਾਂ ਅਤੇ ਬੁਰੇ ਕੰਮ ਕਰਨ ਵਾਲਿਆਂ ਦੀਆਂ ਬਾਹਾਂ ਤੋੜ ਦੇ। ਤੂੰ ਉਹਨਾਂ ਦੇ ਬੁਰੇ ਕੰਮਾਂ ਦੀ ਸਜ਼ਾ ਉਹਨਾਂ ਨੂੰ ਦੇ, ਜਦੋਂ ਤੱਕ ਬੁਰਾਈ ਖਤਮ ਨਾ ਹੋ ਜਾ। ਆਇਤ ਨੰਬਰ 16, ਯਹੋਵਾ ਜੁਗੋ ਜੁਗ ਪਾਤਸ਼ਾਹ ਹੈ, ਪਰਾਈਆਂ ਕੌਮਾਂ ਉਹਦੇ ਦੇਸ਼ ਵਿੱਚੋਂ ਨਸ਼ਟ ਹੋ ਗਈਆਂ। ਆਇਤ ਨੰਬਰ 17, ਹੇ ਪ੍ਰਭੂ, ਤੂੰ ਗਰੀਬਾਂ ਦੀ ਪ੍ਰਾਰਥਨਾ ਸੁਣ, ਤੂੰ ਉਹਨਾਂ ਨੂੰ ਹੌਸਲਾ ਦੇ, ਤੂੰ ਉਹਨਾਂ ਦੀ ਪੁਕਾਰ ਸੁਣ। ਆਇਤ ਨੰਬਰ 18, ਤਾਂ ਜੋ ਤੂੰ ਯਤੀਮ ਅਰ ਸਤਾਏ ਹੋਏ ਦਾ ਨਿਆਂ ਕਰੇ, ਭਈ ਇਨਸਾਨ ਜਿਹੜਾ ਮਿੱਟੀ ਦਾ ਹੈ ਫਿਰ ਕਦੀ ਹਨੇਰ ਨਾ ਕਰੇ। ਖੁਦਾ ਦੀ ਬਰਕਤ ਉਹਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਹੋਵੇ। ਆਮੀਨ। ਆਮੀਨ। Amen. Thank you ਇਸ ਰੀਡਿੰਗ ਲਈ। ਹੁਣ ਅਸੀਂ ਵਚਨ ਵਿੱਚ ਚਲਾਂਗੇ। ਪਾਸਟਰ ਐਰਿਕ ਸਰਵਰ ਦੇ ਨਾਲ ਰਿਫਲੈਕਸ਼ਨ ਵਿੱਚ ਜਾਵਾਂਗੇ। जी बहुत बहुत शुक्रिया अंकल जोशुआ, सिस्टर ज्योति, भाई चौहान और एंजल और जिन्ने साडे सज्जन मित्र भैन भरा यार दोस्त प्रेयर पार्टनर पूरी दुनिया दे विचों सुनन डे वेखण डे ने, जिहड़े रिकॉर्डिंग वेखणगे, जिहड़े बाद चों YouTube ते वेखणगे, तुहाडे सारिआं नूं खुदा यीशु मसीह दी सलामती पहुंचे। जिवें असीं अज फिर जबूर नंबर 10 ते गल कर रहे हां और मैं पहलां भी जिक्र कर चुकिया कि यह जिहड़ा साडा पूरा सैक्शन है असीं फोकस कर रहे हां दाऊद दे जबूरां उत्ते। और दाऊद दे जबूर जिहड़े ने उत्थां वेखे ने कि जबूर नंबर 3 ਤੋਂ ਜਿਹੜਾ ਵੇ ਉਹ ਸ਼ੁਰੂ ਹੋਇਆ ਵੇ ਦਾਊਦ ਦੇ ਜ਼ਬੂਰਾਂ ਦਾ। ਔਰ ਅਸੀਂ ਚੂੰਕਿ ਪਹਿਲੀ ਕਿਤਾਬ ਦੇ ਵਿੱਚ ਆ, ਜ਼ਬੂਰਾਂ ਦੀ ਕਿਤਾਬ 5 ਹਿੱਸਿਆਂ 'ਚ ਤਕਸੀਮ ਹੈ, ਅਸੀਂ ਪਹਿਲੀ ਕਿਤਾਬ ਦੇ ਵਿੱਚ ਆ। ਪਹਿਲੀ ਕਿਤਾਬ ਜਿਹੜੀ ਹੈ ਉਹ ਪੈਦਾਇਸ਼ ਕ੍ਰੀਏਸ਼ਨ ਸਟੋਰੀ ਦੇ ਨਾਲ ਰਿਲੇਟ ਕਰਦੀ ਹੈ, ਜਿਵੇਂ ਤੌਰਾਤ ਦੀਆਂ 5 ਕਿਤਾਬਾਂ ਇੰਜ ਹੀ ਜ਼ਬੂਰਾਂ ਨੂੰ 5 ਹਿੱਸਿਆਂ ਤਕਸੀਮ ਕੀਤਾ ਗਿਆ ਵੇ। ਸੋ ਚੂੰਕਿ ਅਸੀਂ ਕ੍ਰੀਏਸ਼ਨ ਨੈਰੇਟਿਵ ਦੇ ਵਿੱਚ ਆ ਔਰ ਇਹ ਜਿਹੜਾ ਨੈਰੇਟਿਵ ਹੈ ਇਹਦੇ ਵਿੱਚ ਖੁਦਾ ਜਿਹੜਾ ਮੇਨ ਪੂਰਾ ਓਵਰਆਲ ਥੀਮ ਹੈ ਜਿਹੜਾ ਉਹ ਇਹ ਵੇ ਕਿ ਖੁਦਾ ਸ਼ਰੀਰਾਂ ਦਾ और ਜਿਹੜੇ ਵਿਕਟ ਲੋਕ ਨੇ ਉਹਨਾਂ ਦਾ ਖੁਦਾ ਅਦਾਲਤ ਕਰੇਗਾ, ਲੇਕਿਨ ਉਹਨਾਂ ਦੀ ਅਦਾਲਤ ਖੁਦਾ ਕਰੇਗਾ। ਖੁਦਾ ਕਮਜ਼ੋਰਾਂ ਨੂੰ ਉਠਾ ਖੜਾ ਕਰੇਗਾ ਔਰ ਉਹ ਕਮਜ਼ੋਰਾਂ ਦੇ ਵਸੀਲੇ ਖੁਦਾ ਉਹਨਾਂ ਨੂੰ ਟੂਲ ਬਣਾ ਕੇ ਤੇ ਖੁਦਾ ਆਪਣੀ ਅਦਾਲਤ ਨੂੰ, ਆਪਣੀ ਜਜਮੈਂਟ ਨੂੰ ਉਹ ਜਾਰੀ ਕਰੇਗਾ। ਸੋ ਦਿਸ ਇਜ਼ ਦਾ ਮੇਨ ਥੀਮ। ਜ਼ਬੂਰ ਨੰਬਰ 9 ਤੇ 10 ਜਿਹੜੇ ਨੇ ਇਹ ਪੇਅਰ ਹੈ, ਜਿਵੇਂ ਅਸੀਂ ਵੇਖਿਆ ਜ਼ਬੂਰ 1 ਤੇ 2 ਦਾ ਪੇਅਰ ਹੈ, ਜਿਵੇਂ ਅਸੀਂ ਵੇਖਿਆ ਕਿ ਜ਼ਬੂਰ 42-43 ਦਾ ਪੇਅਰ ਹੈ। ਕਈਆਂ ਜ਼ਬੂਰਾਂ ਨੂੰ ਤੁਹਾਨੂੰ ਪੇਅਰ ਨਜ਼ਰ ਆਉਂਦਾ ਵੇ, लेकिन बड़े दिलचस्प गल है, मैं एक चीज हले हुण नोट की है, जो सिस्टर ज्योति पढ़ रहे हैं, मेरा ख्याल है कि अंकल जोशुआ इहनूं दोबारा कन्फर्म करनगे। साडे कोल जिहड़ी उर्दू बाइबल है इहदे विच जबूर 10 दा इंस्क्रिप्शन नहीं है, सरनामा कोई नहीं है, ठीक है। लेकिन सिस्टर ज्योति जी तो पढ़िया वे तो उन्होंने पढ़िया वे कि जी दाऊद दा जबूर अपना क्वायर दे फॉर द क्वायर डायरेक्टर शमीनीत दे सुर ते। अंकल जी तुहाडे कोल भी जबूर 10 दा सरनामा है वे कि नहीं है? उर्दू विच कोई नहीं। अपना माइक अनम्यूट कर लियो। सिर्फ इन्ना ही लिखा दुष्टां दे विरुद्ध बेनती, हाँ और कुछ नहीं, और कुछ नहीं। तुहाडे कोल सिस्टर ज्योति तुहाडे कोल सरनामा लिखिया है, की लिखिया है? मेरे को लिखा है एक दुखी दी प्रार्थना संगीत दल दे आगू लई शमीनीत उत्ते दाऊद दा भजन। That's interesting। मतलब उर्दू ਵਿੱਚ ਅੰਕਲ ਜੋਸ਼ੂਆ ਕੋਲ ਜਿਹੜਾ ਵਰਜਨ ਹੈ, ਸਾਡੇ ਕੋਲ ਜਿਹੜਾ ਵਰਜਨ ਹੈ ਮੈਨੂੰ ਨਹੀਂ ਪਤਾ ਅੰਗਰੇਜ਼ੀ ਚ, ਲੇਕਿਨ ਅੰਗਰੇਜ਼ੀ ਚ ਵੀ ਕੋਈ ਨਹੀਂ ਹੈ ਜਾਂ ਅੰਗਰੇਜ਼ੀ ਤੇ ਵੀ ਤੇ ਕੋਈ ਨਹੀਂ ਹੈ। ਲੇਕਿਨ ਜਿਹੜੀ ਪੰਜਾਬੀ ਬਾਈਬਲ ਸਿਸਟਰ ज्योति ਪੜਨ ਦੇ ਨੇ ਉਹਦੇ ਉੱਤੇ ਉਹਦੇ ਸਰਨਾਮੇ ਚ ਮੌਜੂਦ ਹੈ। That's interesting। ਔਰ ਮਤਲਬ ਸ਼ਮੀਨੀਤ ਦੇ ਸੁਰ ਤੇ, ਕਿਉਂਕਿ ਜ਼ਬੂਰ ਨੰਬਰ 12 ਤੇ ਜਦੋਂ ਆਹ ਜਾਣਾ ਸੀ ਨਾ
ਉਦੋਂ ਮੈਂ ਸ਼ਮੀਨੀਤ ਤੇ ਗੱਲ ਕਰਨੀ ਸੀ, ਲਿਹਾਜ਼ਾ ਅਸੀਂ ਸ਼ਮੀਨੀਤ ਤੇ ਜ਼ਬੂਰ 12 ਤੇ ਕਰਾਂਗੇ। ਲੇਕਿਨ ਇਹ ਮੈਂ ਤੁਹਾਨੂੰ ਫਰਕ ਦੱਸ ਰਿਹਾ ਵਾਂ ਕਿ 3 ਵਰਜਨ ਦੇ ਵਿੱਚ ਫਰਕ ਹੈ ਵੇ ਕਿ ਸਾਡੇ ਕੋਲ ਉਰਦੂ ਔਰ ਅੰਕਲ ਜੋਸ਼ੂਆ ਦੇ ਕੋਲ ਜਿਹੜੀ ਪੰਜਾਬੀ ਹੈ ਉਹਦੇ ਉੱਤੇ ਜ਼ਬੂਰ ਨੰਬਰ 10 ਦਾ ਇਨਸਕ੍ਰਿਪਸ਼ਨ, ਉਹਦਾ ਸਰਨਾਮਾ ਕੋਈ ਵੀ ਨਹੀਂ ਹੈ। ਦੈਟਸ ਫੈਸੀਨੇਟਿੰਗ। ਓਕੇ, ਐਨੀਵੇ, ਸੋ ਅਸੀਂ ਅਗਰ ਇਹਨੂੰ ਕੰਟੀਨਿਊਟੀ ਸਮਝੀਏ ਜ਼ਬੂਰ 9 ਦੀ, ਜਿਹੜਾ ਕਿ ਇੱਕ ਮੈਜੋਰਿਟੀ ਸਕਾਲਰਸ਼ਿਪ ਇਹਦੇ ਤੇ ਐਗਰੀ ਕਰਦੀ ਹੈ, ਉਹਦੇ ਮੁਤਾਬਕ ਜ਼ਬੂਰ 9 ਜਿਹੜਾ ਵੇ that is more invitation for the praise, ਜਦ ਕਿ ਜ਼ਬੂਰ ਨੰਬਰ 10 ਜਿਹੜਾ ਵੇ this is more about lamentation, this is kind of a dialogue। ਲੇਕਿਨ dialogue ਕਿਹੜੇ ਨੇ? dialogue ਇੱਕ depressed person ਦੇ ਨੇ, ਇੱਕ ਐਸੇ ਸ਼ਖਸ ਦੇ ਨੇ ਜਿਹੜਾ ਖੁਦਾ ਅੱਗੇ ਆਪਣੇ ਡਿਪਰੈਸ਼ਨ ਔਰ ਆਪਣੇ ਇਰਦ ਗਿਰਦ ਦੇ ਹਾਲਾਤ ਵੇਖ ਕੇ ਤੇ ਖੁਦਾ ਅੱਗੇ ਪਲੀ ਕਰਦਾ ਵੇ, ਖੁਦਾ ਅੱਗੇ ਆਪਣੀ ਪਟੀਸ਼ਨ ਜਿਹੜਾ ਵੇ ਨਾ ਉਹਨੂੰ ਫਰਾਮ ਕਰਦਾ ਵੇ। ਲੇਕਿਨ ਆਪਣੇ ਆਲੇ ਦੁਆਲੇ ਹਾਲਾਤ ਕੀ ਵੇਖਣ ਡਿਆ ਵੇ? ਸੋਸ਼ਲ ਇਨਜਸਟਿਸ ਉਹ ਵੇਖਣ ਡਿਆ ਵੇ ਕਿ ਜ਼ੁਲਮ ਹੋ ਰਿਹਾ ਦੁਨੀਆ ਦੇ ਉੱਤੇ, ਔਰ ਉਹ ਇੰਟਰਸੀਡ ਕਰਦਾ ਵੇ। ਮਾਮਲਾ ਡਾਇਰੈਕਟ ਉਹਦੇ ਨਾਲ ਨਹੀਂ ਹੋ ਰਿਹਾ, ਹੋ ਸਕਦਾ ਉਹਦੇ ਨਾਲ ਵੀ ਬਰਾਹ ਰਾਸਤ ਹੋ ਰਿਹਾ ਹੋਏ, ਲੇਕਿਨ ਜ਼ਬੂਰ 10 ਦੀ ਜਿਹੜੀ ਲੈਂਗੁਏਜ ਟੋਨ ਜਿਹੜੀ ਹੈ ਇਟ ਇਜ਼ ਅ ਕਾਈਂਡ ਆਫ ਇੰਟਰਸੈਸ਼ਨ। ਮਤਲਬ ਉਹ ਜਿਹੜੇ ਮਜ਼ਲੂਮ ਲੋਕ ਨੇ ਉਹਨਾਂ ਦੇ ਬਿਹਾਫ ਤੇ ਉਹ ਖੁਦਾ ਦੇ ਨਾਲ ਗੱਲਬਾਤ ਕਰਨ ਡਿਆ ਵੇ। ਇਹ ਬਿਲਕੁਲ ਇੰਝ ਹੀ ਹੈ ਜਦੋਂ ਸਦੂਮ ਔਰ ਮੋਰਾ ਨੂੰ ਖੁਦਾ ਨੇ ਤਬਾਹ ਕਰਨਾ ਸੀ ਨਾ, ਜਦੋਂ ਤੇ ਖੁਦਾ ਨੇ ਆਪਣੇ ਫਰਿਸ਼ਤੇ ਕਰ ਲਏ ਅਬਰਾਹਮ ਦੇ ਕੋਲ, ਤੇ ਅਬਰਾਹਮ ਜਿਹੜਾ ਸੀ ਉਹ ਸਦੂਮ ਔਰ ਮੋਰਾ ਦੇ ਮਾਮਲੇ 'ਚ ਖੁਦਾ ਦੇ ਕੋਲ ਖਲੋ ਗਿਆ ਕਿ ਖੁਦਾਵੰਦ ਕੀ ਪਤਾ ਇੰਨੀ ਏਡੀ ਵੱਡੀ ਆਬਾਦੀ, ਇੰਨੇ ਲੋਕ ਨੇ, ਉੱਥੇ 50 ਹੀ ਨੇਕ ਮਿਲ ਜਾਣ। ਖੁਦਾ ਨੇ ਕਿਹਾ 50 ਮਿਲ ਜਾਣਗੇ, ਮੈਂ ਛੱਡ ਦਾਂਗਾ। ਗਿਣਤੀ ਕਰਦਾ ਕਰਦਾ 10 ਤੇ ਆ ਗਿਆ, ਅਲਟੀਮੇਟਲੀ 10 ਵੀ ਨਹੀਂ ਹਨ ਲੱਭੇ। ਸੋ ਐਨੀਵੇ, ਸੋ ਦੈਟਸ ਕਾਈਂਡ ਆਫ ਅ ਕਨਵਰਸੇਸ਼ਨ ਕਿ ਜਿਹੜਾ ਵੇ ਉਹਦੇ ਬਿਹਾਫ ਤੇ ਗੱਲ ਕਰਨ ਡਿਆ ਵੇ। He is raising voice for voiceless. He is speaking and acting on behalf of those who cannot do themselves. This is a powerful image. ਅਗਰ ਅਸੀਂ ਕਿਸੇ ਜ਼ੁਲਮ ਨੂੰ, ਕਿਸੇ ਜ਼ਿਆਦਤੀ ਨੂੰ, ਕਿਸੇ ਬਦੀ ਨੂੰ ਹੁੰਦਿਆਂ ਵੇਖ ਕੇ ਅਗਰ ਅਸੀਂ ਕਮ ਸੇ ਕਮ ਉਹਨੂੰ ਹੱਥ ਨਾਲ ਰੋਕ ਨਹੀਂ ਸਕਦੇ, ਅਗਰ ਅਸੀਂ ਉਹਦੇ ਖਿਲਾਫ ਤਾਕਤ ਇਸਤੇਮਾਲ ਨਹੀਂ ਕਰ ਸਕਦੇ, ਕਮ ਸੇ ਕਮ ਅਗਰ ਅਸੀਂ ਉਹਦੇ ਖਿਲਾਫ ਵਰਬਲੀ ਨਹੀਂ ਬੋਲ ਸਕਦੇ, ਤੇ ਕਮ ਸੇ ਕਮ ਅਸੀਂ ਉਹਦੇ ਲਈ ਦੁਆ ਜ਼ਰੂਰ ਕਰ ਸਕਦੇ ਹਾਂ ਕਿ ਅਸੀਂ ਉਹਦੇ ਖਿਲਾਫ ਖੁਦਾ ਦੀ ਜਿਹੜਾ ਹੈਵਨਲੀ ਕੋਰਟ ਹੈ ਅਸੀਂ ਉੱਥੇ ਪਲੀ ਕਰੀਏ। ਸੋ ਔਰ ਜਿਹੜੇ ਲੋਕ, ਕਿਸੇ ਨੇ ਕਿਹਾ ਜੀ ਕਿ ਅਗਰ ਤੁਸੀਂ ਜ਼ੁਲਮ ਨੂੰ ਵੇਖ ਕੇ ਚੁੱਪ ਰਹਿੰਦੇ ਹੋ, ਇਹਦਾ ਮਤਲਬ ਹੈ ਕਿ ਤੁਸੀਂ ਜ਼ਾਲਮ ਦੇ ਸਾਥੀ ਹੋ, ਤੁਸੀਂ ਮਜ਼ਲੂਮ ਵਾਲ ਨਹੀਂ ਹੋ, ਤੁਸੀਂ ਜ਼ਾਲਮ ਦੇ ਸਾਥੀ ਬਣ ਜਾਂਦੇ ਹੋ ਕਿਉਂਕਿ ਤੁਸੀਂ ਚੁੱਪ ਕਰਕੇ ਵੇਖਣ ਡਏ ਹੋ। ਸੋ ਦਿਸ ਇਜ਼ ਜਿਹੜਾ ਮੇਰਾ ਸਾਹਮਣੇ ਨਜ਼ਰ ਆ ਰਿਹਾ ਵੇ ਕਿ ਇਨਸਕ੍ਰਿਪਸ਼ਨ ਕੋਈ ਨਹੀਂ ਹੈ, ਇਟਸ ਅ ਕਪਲ ਸਾਮ, ਔਰ ਜਿਹੜਾ ਵੇ ਇਹਦੇ ਵਿੱਚ ਉਹ ਇੰਟਰਸੀਡ ਕਰ ਰਿਹਾ ਵੇ, ਖੁਦਾ ਨੂੰ ਪੁਕਾਰ ਰਿਹਾ ਵੇ। ਸੋ ਅਗਰ ਅਸੀਂ ਵੇਖੀਏ ਜ਼ਬੂਰ ਨੂੰ ਅਗਰ ਮੈਂ ਹਿੱਸਿਆਂ 'ਚ ਤਕਸੀਮ ਕਰਾਂ, ਔਰ ਇਹਦੇ ਵਿੱਚ ਅਗਰ ਅਸੀਂ ਵੇਖੀਏ ਇਸਨੂੰ 4 ਮੇਜਰ ਹਿੱਸਿਆਂ 'ਚ ਤਕਸੀਮ ਕੀਤਾ ਜਾ ਸਕਦਾ ਵੇ। ਠੀਕ ਹੈ ਜੀ। ਪਹਿਲਾ ਸੈਕਸ਼ਨ ਹੈ ਪਹਿਲੀ ਤੇ ਦੂਸਰੀ ਆਇਤ, ਜਿਹਦੇ ਵਿੱਚ ਜਿਹੜਾ ਵੇ ਉਹ ਖੁਦਾ ਨੂੰ ਐਡਰੈਸ ਕਰਦਾ ਵੇ, ਔਰ ਫਿਰ ਖੁਦਾ ਨੂੰ ਜਿਹੜਾ ਵੇ ਉਹ ਆਪਣੇ ਇਰਦ ਗਿਰਦ ਹੋਣ ਵਾਲੀ ਜਿਹੜੀ ਵਿਕਟਨੈਸ ਹੈ, ਜਿਹੜੀ ਬਦੀ ਹੋ ਰਹੀ ਹੈ, ਸ਼ਰਾਰਤ ਹੋ ਰਹੀ ਹੈ, ਉਹਦਾ ਉਹ ਇੰਟਰੋਡਕਸ਼ਨ ਦਿੰਦਾ ਵੇ। ਉਹਦਾ ਇੰਟਰੋਡਕਸ਼ਨ ਦੇਣ ਦੇ ਬਾਅਦ ਤੀਸਰੀ ਆਇਤ ਤੋਂ ਲੈ ਕੇ ਤੇ 11ਵੀਂ ਆਇਤ ਤੱਕ ਜਿਹੜਾ ਵੇ ਨਾ ਇਟਸ ਅ ਲਾਰਜ ਸੈਕਸ਼ਨ, ਜਿਹਦੇ ਵਿੱਚ ਉਹ ਡਿਸਕ੍ਰਿਪਸ਼ਨ ਦਿੰਦਾ ਵੇ ਇਨ ਅ ਡਾਇਲੌਗ ਵਿਦ ਗॉड। ਔਰ ਡਿਸਕ੍ਰਿਪਸ਼ਨ ਕਿਹਦਾ ਦਿੰਦਾ ਵੇ? ਇਟਸ ਕਾਈਂਡ ਆਫ ਅ ਐਨਾਟਮੀ ਆਫ ਦ ਵਿਕਟ ਪਰਸਨ। ਠੀਕ ਹੈ ਨਾ, ਉਹ ਪੂਰੇ ਵਿਕਟ ਪਰਸਨ ਦੀ ਐਨਾਟਮੀ, ਉਹਦੀ ਬਾਡੀ ਪਾਰਟਸ ਨੂੰ ਯੂਜ਼ ਕਰਦਿਆਂ ਹੋਇਆਂ ਉਹ ਜਿਹੜਾ ਵੇ ਨਾ ਉਹ ਦੱਸਦਾ ਵੇ ਕਿ ਵਿਕਟ ਔਰ ਸਰੀਰ ਕੀ ਕਰਨ ਦੇ ਨੇ। ਉਹਦੇ ਬਾਅਦ ਜਿਹੜਾ ਵੇ ਨਾ 12ਵੀਂ ਆਇਤ ਤੋਂ ਲੈ ਕੇ ਤੇ 14ਵੀਂ ਬਲਕਿ 15ਵੀਂ ਆਇਤ ਤੱਕ ਜਿਹੜਾ ਵੇ ਨਾ ਉਹ ਅਗੇਨ ਜਿਹੜਾ ਵੇ ਉਹ ਖੁਦਾ ਦਾ ਔਰ ਸਰੀਰ ਜਿਹੜਾ ਵੇ ਉਹਨੂੰ ਦਰਮਿਆਨ ਕਨਵਰਸੇਸ਼ਨ ਕਰਦਾ, ਡਾਇਲੌਗ ਪੇਸ਼ ਕਰਦਾ ਵੇ। ਲੇਕਿਨ ਫਿਰ ਆਖਰੀ ਹਿੱਸਾ ਵੇ 16ਵੀਂ ਤੇ 18ਵੀਂ ਆਇਤ, 16 ਤੋਂ ਲੈ ਕੇ 18 ਤੱਕ, ਜਿਹਦੇ ਵਿੱਚ ਐਫਰਮੇਸ਼ਨ ਦਿੰਦਾ ਵੇ, ਅਸ਼ੋਰੈਂਸ ਦਿੰਦਾ ਵੇ ਕਿ ਖੁਦਾ ਨੇ ਕੀ ਕੀਤਾ ਵੇ ਔਰ ਖੁਦਾ ਕੀ ਕਰੇਗਾ। ਸੋ ਲੈਟਸ ਡਿਗ ਇਨ ਵਿਦ ਦ ਕੀ ਵਰਡਸ, ਕੀ ਥੀਮ ਦੇ ਵਿੱਚ ਕੀ ਕੀ ਨੇ। ਨੰਬਰ 1 ਉਹ ਕਹ ਰਿਹਾ ਜੀ ਕਿ ਐ ਖੁਦਾਵੰਦ ਤੂੰ ਕਿਉਂ ਦੂਰ ਖੜਾ ਰਹਿਣਾ ਹੈ। ਓਕੇ ਜੀ, ਦਿਸ ਇਜ਼ ਇੰਟਰਸਟਿੰਗ ਕਾਈਂਡ ਆਫ ਪਲੀ ਆਫ ਡਿਪਰੈਸ਼ਨ। ਅਸੀਂ ਸਾਰੇ ਜਦੋਂ ਕਿਸੇ ਨਾ ਕਿਸੇ ਮੁਸੀਬਤ, ਪਰੇਸ਼ਾਨੀ, ਕਿਸੇ ਤਕਲੀਫ ਔਰ ਕਿਸੇ ਐਸੇ ਹਾਲਾਤ 'ਚ ਗੁਜ਼ਰਦੇ ਆ ਨਾ ਜਿਹੜੇ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਨੇ, ਸਾਨੂੰ ਲੱਗਦਾ ਵੇ ਕਿ ਖੁਦਾ ਵੀ ਦੂਰ ਖਲੋ ਕੇ ਨਾ ਬਸ ਤਮਾਸ਼ਾ ਵੇਖਣ ਡਿਆ, ਖੁਦਾ ਕਰਨ ਕੁਛ ਨਹੀਂ ਡਿਆ। ਔਰ ਇਹ ਟੋਨ ਤੁਹਾਨੂੰ ਜ਼ਬੂਰਾਂ ਦੇ ਵਿੱਚ ਜਾਪਦਾ। ਤੁਸੀਂ ਵੇਖੋਗੇ ਅਸਾਂ ਆਸਫ ਦਾ ਜ਼ਬੂਰ ਪੜਿਆ ਸੀ 70, ਉਹਦੇ ਵਿੱਚ ਵੀ ਆਹੀ ਗੱਲ ਕਰਦਾ ਵੇ, ਆਸਫ ਨੂੰ ਵੀ ਇੰਝ ਲੱਗਦਾ ਵੇ। ਅਸਾਂ ਜ਼ਬੂਰ 22 ਪੜਿਆ ਸੀ, ਖੁਦਾਵੰਦ ਯਿਸੂ ਮਸੀਹ ਸਲੀਬ ਤੇ ਲਟਕਿਆ, ਜ਼ਬੂਰ 22 ਨੂੰ ਕੋਟ ਕੀਤਾ ਵੇ। ਯਿਸੂ ਮਸੀਹ ਵੀ ਆਇਆ ਕਿਹਾ ਵੇ ਕਿ ਐ ਮੇਰੇ खुदा तूने मुझे क्यों छोड़ दिया, तू मेरे फरियाद आहो नाला से क्यों दूर रहता है, मैं पुकारता हूं और तू मुझे जवाब नहीं देता। मतलब अगेन द सेम ह्यूमन एक्सप्रेशन एंड एक्सपीरियंस कि God has abandoned, खुदा दूर खलो के ना ते बस वेखण डिया के होण के डिया वे। ठीक है जी। So that's the same concept that सानू इत्थे नजर आ रहा वे। It's a theological difficult, इन्हू असीं वेखने आ कि theological misconception है। ह्यूमन जिहड़ा माइंड है, वो ह्यूमन जिहड़ी कॉग्निशन है जिहड़ा ना
ਉਹਨੂੰ ਇੰਜ ਲੱਗਦਾ ਵੇ ਕਿ ਚੂੰਕਿ ਖੁਦਾ ਛੱਡ ਗਿਆ ਤੇ ਇਸ ਲਈ ਮੇਰੀ ਪ੍ਰੋਟੈਕਸ਼ਨ ਹੈਜ ਖਤਮ ਹੋ ਗਈ ਹੈ, ਨਾਓ ਐਵਰੀਬਡੀ ਇਜ਼ ਅਟੈਕਿੰਗ ਮੀ ਐਂਡ ਆਈ ਐਮ ਅ ਵਿਕਟਮ ਆਫ ਦ ਸਰਕਮਸਟੈਂਸਸ। ਸਾਨੂੰ ਇੰਜ ਲੱਗਦਾ ਵੇ। ਦਾਊਦ ਵੀ ਜਿਹੜਾ ਵੇ ਨਾ ਉਹ ਇਹ ਜੀ ਗੱਲ ਕਰਨ ਡਿਆ ਵੇ, ਉਹ ਆਂਦਾ ਇੱਕ ਤੇ ਤੂੰ ਦੂਰ ਖਲੋਤਾ ਵੇ, ਦੂਜਾ ਮੁਸੀਬਤ ਕੇ ਵਕਤ ਤੂੰ ਕਿਉਂ ਛੁਪ ਜਾਤਾ ਹੈ। ਵੇਖੋ ਨਾ ਦੋ ਸਵਾਲ ਉਹਨੇ ਸਿੱਧਾ ਸਿੱਧਾ ਦੋ ਸਵਾਲ ਖੁਦਾ ਕੇ ਕੀਤੇ ਨੇ, ਠੀਕ ਹੈ ਨਾ। ਪਹਿਲਾ ਸਵਾਲ ਕੀ ਹੈ, ਇੱਕ ਤਾਂ ਦੂਰ ਟੁਰ ਜਾਂਦਾ, ਮਤਲਬ ਇੰਜ ਜੀ ਗੱਲ ਹੈ ਕਿ ਤੁਸੀਂ ਯਾਰ ਦੋਸਤ ਇਕੱਠੇ ਕਰਕੇ ਕਹੋ ਯਾਰ ਮੈਂ ਫਲਾਣੀ ਜਗ੍ਹਾ ਚੱਲਾਂ, ਮੈਂ ਲੜਾਈ ਲੜੀ ਹੋ ਗਈ ਨਾ, ਜ਼ਰਾ ਪਿੱਛੇ ਖਲੋਤੇ ਰਹੇ ਹੋ, ਤੇ ਜਦੋਂ ਲੜਾਈ ਸ਼ੁਰੂ ਹੋਏ ਤੇ ਪਿੱਛੇ ਮੁੜ ਕੇ ਵੇਖੇ ਯਾਰ ਸਾਰੇ ਗਾਇਬ ਹੈ। ਇੰਜ ਦਾ ਹਾਲ ਹੈ, ਠੀਕ ਹੈ। ਉਹ ਸਾਰੇ ਨੱਠ ਨੁੱਟ ਜਾਂਦੇ ਨੇ। ਫਿਲਮਾਂ ਚ ਅਸੀਂ ਵੇਖਦੇ ਨਾ ਮਜ਼ਾ ਆਇਆ ਕਾਮੇਡੀ ਮੂਵੀਜ਼ ਦੇ ਵਿੱਚ, ਠੀਕ ਹੈ ਨਾ, ਕਿ ਉਹ ਲੜਨ ਜਾਂਦੇ ਨੇ ਤੇ ਜਨਾਬ ਯਾਰ ਦੋਸਤ ਪਿੱਛੋਂ ਗਾਇਬ ਹੋ ਜਾਂਦੇ। Okay, so this is kind of a situation। ਔਰ ਗੁਨਾਹ ਕਰਨ ਡਿਆ ਵੇ ਖੁਦਾ ਅੱਗੇ, ਖੁਦਾਵੰਦ ਜਦੋਂ ਮੁਸੀਬਤ ਹੁੰਦੀ ਹੈ ਉਦੋਂ ਤੋਂ ਲੁਕ ਜਾਂਦਾ ਵੇ ਹੈ, ਤੇ ਜਦੋਂ ਮੈਨੂੰ ਕੁੱਟ ਪੈਂਦੀ ਹੁੰਦੀ ਹੈ, ਸਰੀਰ ਖਲੋਤਾ ਹੁੰਦਾ ਤੂੰ ਦੂਰ ਖਲੋ ਕੇ ਤਮਾਸ਼ਾ ਵੇਂਦਾ ਰਹਿਣਾ ਮੇਰੇ ਨਾਲ ਹੋਣ ਕੀ ਡਿਆ ਵੇ, ਠੀਕ ਹੈ। ਸੋ this is kind of a scenario ਜਿਹੜਾ ਕਿ ਜ਼ਬੂਰ ਨਵੀਸ ਦਾਊਦ ਜਿਹੜਾ ਵੇ ਉਹ ਇੱਥੇ ਆਪਣੀ ਸਿਚੁਏਸ਼ਨ ਨੂੰ, ਆਪਣੇ ਹਾਰਟ ਨੂੰ, ਆਪਣੇ ਡਿਪਰੈਸ਼ਨ ਜਿਹੜਾ ਵੇ ਉਹਨੂੰ ਖੁਦਾ ਦੇ ਅੱਗੇ ਉਂਡੇਲਣ ਡਿਆ ਵੇ, ਠੀਕ ਹੈ ਜੀ। ਵੈਸੇ ਬੜੀ ਦਿਲਚਸਪ ਗੱਲ ਹੈ ਵੇ, ਚੂੰਕਿ ਇਟਸ ਅ ਲੈਮੈਂਟ। ਲੈਮੈਂਟ ਦਾ ਮਤਲਬ ਹੈ ਨੋਹਾ ਕਰਨਾ, ਮਾਤਮ ਕਰਨਾ, ਆਹੋ ਨਾਲਾ ਕਰਨਾ, ਖੁਦਾ ਅੱਗੇ ਕਰਨਾ। ਤੁਹਾਨੂੰ ਇੱਕ ਚੀਜ਼ ਤਾਂ ਵੇਖੀ ਹੋਏਗੀ, ਲੈਮੈਂਟ ਇਜ਼ ਵੈਰੀ ਓਨੈਸਟ, ਠੀਕ ਹੈ ਨਾ। ਲੈਮੈਂਟ ਜਿਹੜਾ ਵੇ ਨਾ ਸਾਨੂੰ ਲੈਂਗੁਏਜ ਫਰਾਮ ਕਰਦਾ ਵੇ, ਸਾਡੇ ਚਿਹਰੇ ਤੋਂ ਇੱਕ ਰਾਈਚਸਨੈਸ ਦਾ ਮਾਸਕ ਲਾ ਦਿੰਦਾ ਵੇ। ਅਗਰ ਅਸੀਂ ਓਨੈਸਟ ਵਰਸ਼ਿਪਰ ਨਾ, ਅਸੀਂ ਖੁਦਾ ਨਾਲ ਲੜਾਂਗੇ, ਅਸੀਂ ਖੁਦਾ ਨਾਲ ਫੱਡਾ ਕਰਾਂਗੇ, ਠੀਕ ਹੈ। ਅਸੀਂ ਖੁਦਾ ਦੇ ਨਾਲ ਗਿਲਾ ਸ਼ਿਕਵਾ ਕਰਾਂਗੇ, ਲੇਕਿਨ ਖੁਦਾ ਨੂੰ ਛੱਡਾਂਗੇ ਨਹੀਂ, ਠੀਕ ਹੈ। ਦਿਸ ਇਜ਼ ਓਨੈਸਟ ਐਂਡ ਡੀਪ ਰਿਲੇਸ਼ਨਸ਼ਿਪ। ਕਿ ਅਸੀਂ ਲੜਨੇ ਵੀ ਆ, ਅਸੀਂ ਗਿਲਾ ਵੀ ਕਰਨੇ ਆ, ਅਸੀਂ ਜਨਾਬ ਥੋੜੀ ਦੇਰ ਨਾਰਾਜ਼ ਵੀ ਹੋ ਜਾਂਦੇ ਆ, ਲੇਕਿਨ ਰਿਲੇਸ਼ਨਸ਼ਿਪ ਬ੍ਰੇਕ ਨਹੀਂ ਕਰਦੇ। ਦੈਟ ਇਜ਼ ਵਾਟ ਸਾਮਸਟ ਇਜ਼ ਟ੍ਰਾਈਂਗ ਟੂ ਕਨਵੇ, ਕਿ ਜਦੋਂ ਤੁਸੀਂ ਐਸੇ ਹਾਲਾਤ ਦੇ ਵਿੱਚ ਹੁੰਦੇ ਹੋ ਨਾ, ਜਦੋਂ ਤੇ ਤੁਹਾਡਾ ਖੁਦਾ ਦੇ ਨਾਲ ਗਿਲਾ ਸ਼ਿਕਵਾ, ਲੜਾਈ ਝਗੜਾ, ਨਾਰਾਜ਼ਗੀ ਬਣਦੀ ਏ, ਔਰ ਉਦੋਂ ਹੀ ਨਾਰਾਜ਼ਗੀ ਜਾਂ ਗੁੱਸਾ ਗਿਲਾ ਬੰਦਾ ਉੱਥੇ ਕਰਦਾ ਜਿੱਥੇ ਕੀ ਹੋਏ, ਰਿਲੇਸ਼ਨਸ਼ਿਪ ਹੋਏ। ਜਿਸ ਰਿਲੇਸ਼ਨਸ਼ਿਪ ਕੋਈ ਨਹੀਂ ਹੁੰਦਾ ਬੰਦਾ ਚੁੱਪ ਕਰਕੇ ਪਰਾਂ ਹੋ ਜਾਂਦਾ ਹੈ, ਠੀਕ ਹੈ ਨਾ। ਸੋ ਦੈਟ ਇਜ਼ ਦ ਬਿਗੇਸਟ ਚੈਲੰਜ ਐਕਚੁਅਲੀ। ਬਾਜ਼ ਔਕਾਤ ਅਸੀਂ ਬੀਇੰਗ ਅ ਬਲੀਵਰ ਹੁੰਦੇ ਆ, ਚੂੰਕਿ ਅਸੀਂ ਖੁਦਾ ਦੇ ਨਾਲ ਵੀ ਫੇਕ ਰਿਲੇਸ਼ਨਸ਼ਿਪ ਰੱਖਦੇ ਆ, ਅਸੀਂ ਕਈ ਵਾਰੀ ਆਪਣੀ ਬਿਟਰਨੈਸ ਖੁਦਾ ਅੱਗੇ ਨਹੀਂ ਉਂਡੇਲਦੇ, ਅਸੀਂ ਚੁੱਪ ਕਰਕੇ ਰਹਿੰਦੇ ਆ। ਔਰ ਅਸੀਂ ਖੁਦਾ ਨੂੰ ਕਹਿੰਦੇ ਇੰਨੀ ਦੇਰ ਹੋ ਗਈ ਮੈਨੂੰ ਇਹ ਵੀ ਨਹੀਂ ਮਿਲਿਆ, ਇਹ ਵੀ ਨਹੀਂ ਮਿਲਿਆ, ਮੈਂ ਤੁਹਾਨੂੰ ਇਹ ਕੰਮ ਕੀਤਾ ਸੀ, ਇਹ ਵੀ ਨਹੀਂ ਹੋਇਆ, ਤੇ ਖੁਦਾਵੰਦ ਇਹ ਵੀ ਨਹੀਂ ਹੋਇਆ। ਲੇਕਿਨ ਜਦੋਂ ਅਸੀਂ ਖੁਦਾ ਦੇ ਸਾਹਮਣੇ ਨਾ ਦੁਆ ਕਰਨ ਲਈ, ਉਹ ਖੁਦਾਵੰਦ ਤੇਰਾ ਸ਼ੁਕਰ ਹੋ, ਪ੍ਰੇਜ਼ ਦ ਲਾਰਡ, ਭਾਈ ਜੀ ਖੁਦਾ ਦੀਆਂ ਬੜੀਆਂ ਬਰਕਤਾਂ, ਤੇ ਵਾਹ ਜੀ ਵਾਹ ਕਿਆ ਬਾਤ ਹੈ, ਬੱਲੇ ਬੱਲੇ ਹੋ ਗਈ ਹੈ। ਮਤਲਬ ਦਿਸ ਇਜ਼ ਕਾਈਂਡ ਆਫ ਅ ਫੇਕ ਹਿਪੋਕ੍ਰਿਟਿਕਲ ਰਿਲੇਸ਼ਨਸ਼ਿਪ। ਔਰ ਚੂੰਕਿ ਅਸੀਂ ਖੁਦਾ ਦੇ ਨਾਲ ਇੰਜ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਆ, ਅਸੀਂ ਆਪਣੀ ਬਿਟਰਨੈਸ ਖੁਦਾ ਅੱਗੇ ਨਹੀਂ ਉਂਡੇਲਦੇ, ਅਸੀਂ ਉਹ ਹੀ ਕਨੈਕਸ਼ਨ ਸਾਡਾ, ਉਹ ਹੀ ਰਵੱਈਆ ਸਾਡਾ ਕਲੀਸਿਆ ਔਰ ਖੁਦਾ ਦੇ ਲੋਕਾਂ ਨਾਲ ਵੀ ਰਹਿੰਦਾ ਹੈ। ਅਸੀਂ ਦਿਲ ਦੀ ਗੱਲ, ਅਸਲ ਗੱਲ ਉਹਨਾਂ ਨਾਲ ਨਹੀਂ ਕਰਦੇ, ਔਰ ਅਸੀਂ ਫੇਕ ਸਮਾਈਲ, ਫੇਕ ਰਿਲੇਸ਼ਨਸ਼ਿਪ ਜਿਹੜਾ ਹੈ ਨਾ ਉਹ ਰੱਖਦੇ ਹੋਇਆ ਅਸੀਂ ਲੋਕਾਂ ਦੇ ਨਾਲ ਵੀ ਟ੍ਰੀਟ ਕਰਦੇ ਹਾਂ। So that's not true. This is not actually a healthy relationship. ਜ਼ਬੂਰ ਨਵੀਸ ਸਾਨੂੰ ਇੱਥੇ ਲੈਂਗੁਏਜ ਦੇ ਰਿਹਾ ਵੇ ਕਿ ਤੁਹਾਡਾ ਅਗਰ ਖੁਦਾ ਨਾਲ ਰਿਲੇਸ਼ਨਸ਼ਿਪ ਹੈ, so utter, speak out your bitterness, your reservations, ਜੇ ਤੁਹਾਡੇ ਅੰਦਰ ਖਿਆਲ ਉੱਠਦੇ ਨੇ, speak it out, don't hold it. That is the sign of a true and deep relationship. ਅੱਗੇ ਹੁਣ ਉਹ ਕਹਿੰਦਾ ਜੀ ਕਿ ਤੀਸਰੀ ਆਇਤ ਅੱਗੋਂ ਅਸੀਂ ਪੜ੍ਹਦੇ ਹਾਂ, ਉਹ ਜਿਹੜਾ ਵੇ ਨਾ ਟ੍ਰੈਪ ਦੀ ਗੱਲ ਕਰਦਾ ਵੇ ਕਿ ਮਨਸੂਬੇ ਉਹਨਾਂ ਬੰਨੇ ਨੇ। ਸੋ ਇਟ ਇਜ਼ ਅ ਪਲਾਨਡ ਮੰਜੀ ਮੀਟਿੰਗ ਦੇ ਨਾਲ ਸਰੀਰ ਨੇ ਕੀ ਬੰਨੇ ਨੇ, ਟ੍ਰੈਪ ਤਿਆਰ ਕੀਤੇ ਨੇ, ਠੀਕ ਹੈ ਨਾ। ਔਰ ਟ੍ਰੈਪ ਸਾਨੂੰ ਪਤਾ ਵੀ ਸ਼ੈਤਾਨ ਦੇ ਫੰਦਿਆਂ ਦੀ ਗੱਲ ਕੀਤੀ ਗਈ ਹੈ ਕਲਾਮ ਦੇ ਵਿੱਚ ਵੀ, ਕਿ ਸ਼ੈਤਾਨ ਨੇ ਫੰਦੇ ਪਾਏ ਹੁੰਦੇ ਨੇ, ਠੀਕ ਹੈ। ਔਰ ਉਹ ਕੋਸ਼ਿਸ਼ ਕਰਦਾ ਵੇ ਕਿ ਖੁਦਾ ਦੇ ਲੋਕ ਉਹਦੇ 'ਚ ਕੀ ਹੋ ਜਾਣ, ਉਹਦੇ 'ਚ ਫਸ ਜਾਣ। ਔਰ ਉਹ ਸਰੀਰ ਨੂੰ, ਵਿਕਟ ਨੂੰ ਜਿਹੜਾ ਵੇ ਨਾ ਉਹ ਉਹਨੂੰ ਅੱਗੋਂ ਡਿਫਾਈਨ ਕਰਦਾ ਵੇ। ਔਰ ਸਰੀਰ ਦੇ ਬਾਰੇ ਇੱਕ ਚੀਜ਼ ਬੜੀ ਇੰਪੋਰਟੈਂਟ ਗੱਲ ਕਰਦਾ ਵੇ, ਤੀਸਰੀ ਆਇਤ ਦੇ ਵਿੱਚ ਲਿਖਿਆ ਵੇ ਕਿ शरीर अपनी नफसानी ख्वाहिश पर फख्र करता है, यानी कमांड करता है। सो एक्चुअली pride is the root cause of a wicked action। ਜਿਹੜੇ ਬੰਦੇ ਦੇ ਅੰਦਰ ਕਮਾਂਡ ਹੋਏਗਾ ਨਾ, ਗਰੂਰ ਹੋਏਗਾ, ਉਹ ਹਮੇਸ਼ਾ ਖੁਦਾ ਦੇ ਖਿਲਾਫ ਜਾਂਦਾ, ਕਿਉਂਕਿ ਕਮਾਂਡ ਔਰ ਗਰੂਰ that is the key to understand। ਜਿਹੜੇ ਲੋਕ ਬਾਕੀ ਲੋਕਾਂ ਨੂੰ ਨਾਚੀਜ਼ ਜਾਂਦੇ ਨੇ, ਲੋਕਾਂ ਦੇ ਖਿਲਾਫ ਗੱਲਾਂ ਕਰਦੇ ਨੇ, ਉਹਨਾਂ ਦੇ ਅੰਦਰ ਐਕਚੁਅਲ ਚੀਜ਼ ਕਿਹੜੀ ਹੁੰਦੀ ਹੈ, ਸੈਲਫ ਪ੍ਰਾਈਡ, ਪ੍ਰਾਈਡ ਹੁੰਦਾ ਵੇ। ਔਰ ਖੁਦਾ ਨੇ ਅਗਰ ਕਿਸੇ ਚੀਜ਼ ਨੂੰ, ਭਾਵੇਂ ਰੂਹਾਨੀ ਪ੍ਰਾਈਡ ਹੈ, ਭਾਵੇਂ ਇਕਨੋਮਿਕ ਪ੍ਰਾਈਡ ਹੈ, ਭਾਵੇਂ ਉਹ ਫਿਜ਼ੀਕਲ ਪ੍ਰਾਈਡ ਹੈ, ਐਨੀ ਕਾਈਂਡ ਆਫ ਪ੍ਰਾਈਡ, ਕਲਾਮ ਦੱਸਦਾ ਵੇ ਕਲੀਅਰ, ਖੁਦਾ ਮਗਰੂਰਾਂ ਦਾ, ਘਮੰਡੀਆਂ ਦਾ ਕੀ ਕਰਦਾ ਵੇ, ਮੁਕਾਬਲਾ ਕਰਦਾ ਵੇ। ਔਰ ਖੁਦਾ ਘਮੰਡੀ ਕਦੀ ਖੁਦਾ ਦੇ ਅੱਗੇ ਖਲੋਤੇ ਨਹੀਂ ਰਹਿ ਸਕਣਗੇ। ਜ਼ਬੂਰ 5 ਚ ਪੜਿਆ, ਠੀਕ ਹੈ ਨਾ, ਹਮੇਸ਼ਾ, ਕਿਉਂਕਿ ਇਹ ਅਬਲੀਸ ਔਰ ਸ਼ਰੀਰ ਦੀ ਜਿਹੜੀ ਹੈ ਨਾ ਉਹਦੀ ਆਦਤ ਹੈ ਜਿਹੜੀ ਲੋਕਾਂ 'ਚ ਕੰਮ ਕਰਦੀ ਹੈ। ਸੋ ਇੰਪੋਰਟੈਂਟ ਚੀਜ਼ ਜਿਹੜੀ ਹੈ ਨਾ ਉਹ ਕਰਦਾ ਕਿ ਆਪਣੀ ਨਫਸਾਨੀ ख्वाहिश ਪਰ ਫਖਰ ਕਰਦਾ। ਸਾਡੇ ਪੰਜਾਬੀ 'ਚ ਕਹਿੰਦੇ ਨੇ ਜਿੱਡਾ ਲੁੱਚਾ ਓਡਾ ਹੀ ਉੱਚਾ।
ਠੀਕ ਹੈ ਨਾ। ਪੰਜਾਬੀ ਚ ਕਹਿੰਦੇ ਨੇ ਜੀ ਜਿੱਡਾ ਲੁੱਚਾ ਓਡਾ ਹੀ ਉੱਚਾ, ਠੀਕ ਹੈ ਨਾ। ਉਹਨਾਂ ਹੀ ਉੱਚਾ। ਹਾਂ, ਮਤਲਬ ਜਿਹੜਾ ਬੰਦਾ ਸਮਝਦਾ ਨਹੀਂ ਕਿ ਮੈਂ ਜਿੰਨਾ ਲੁੱਚਪੁਣਾ ਕਰਾਂਗਾ ਨਾ, ਮੈਂ ਜਿੰਨਾ ਝਗੜਾ ਕਰਾਂਗਾ ਔਰ ਜਿੰਨਾ ਚਲਾਵਾਂਗਾ ਜਾਂ ਮੈਂ ਸ਼ੋਰ ਪਾਵਾਂਗਾ ਜਾਂ ਮੈਂ ਹੰਕਾਰੇ ਮਾਰਾਂਗਾ ਤੇ ਜਾਂ ਮੈਂ ਕੰਪਲੇਨ ਕਰਾਂਗਾ ਲੋਕਾਂ ਦੇ ਖਿਲਾਫ, ਮੈਂ ਜੀ ਕਰਾਂਗਾ ਤੇ ਓਡਾ ਹੀ ਸ਼ਾਇਦ ਮੈਨੂੰ ਬੜੀ ਬੜੀ ਇੱਜ਼ਤ ਹੋਏਗੀ। ਅੱਛਾ, ਉਹਨੂੰ ਪਤਾ ਨਹੀਂ ਹੁੰਦਾ ਕਿ ਅਸਲ ਵਿੱਚ ਆਪਣੀ ਵੈਲਿਊ ਆਪ ਹੀ ਖੋਣ ਲੱਗੇ। ਨੋਬਡੀ ਇਜ਼ ਗੋਇੰ ਟੂ ਟਾਕ ਵਿਦ them, ਠੀਕ ਹੈ ਨਾ। ਤੇ ਕਿਸੇ ਇੱਕ ਜਗ੍ਹਾ ਮੈਂ ਇੱਕ ਮੈਂ ਪਤਾ ਨਹੀਂ ਕਿਤੇ ਪੜ੍ਹਿਆ ਸੀ, ਮੈਂ ਸੁਣਿਆ ਸੀ ਕਿਤੇ, ਉਹਨੇ ਜੀ ਵੈਸੇ ਬੜੀ ਅਜੀਬ ਗੱਲ ਏ, ਇੱਕ ਤੇ ਬੰਦਾ ਜਿਹੜਾ ਵੇ ਨਾ, ਪੰਜਾਬੀ ਦਾ ਇੱਕ ਲਫ਼ਜ਼ ਏ, ਉਹ ਕਹਿੰਦਾ ਜੀ ਇੱਕ ਤੇ ਬੰਦਾ ਵਾਹ ਕਰਕੇ ਸੀ, ਕੋਈ ਲਫ਼ਜ਼ ਗਾਲ ਜੀ ਟਾਈਪ ਸੀ, ਇੱਕ ਤੇ ਬੰਦਾ ਬਗੈਰਤ ਹੋਈ ਇੰਜ ਕਰਕੇ ਸੀ, ਉੱਤੋਂ ਤੇ ਫਖਰ ਵੀ ਕਰੇ ਹੈ। ਯਾਨੀ ਇੱਕ ਤੇ ਬੰਦਾ ਹੋਏ ਜਿਹਦਾ ਟੇੜਾ ਹੋਏ ਕੰਟਟਾ, ਉੱਤੋਂ ਤੇ ਕਮੰਡ ਵੀ ਕਰੇ ਕਿ ਭਾਈ ਮੈਂ ਬੜੀ ਸ਼ਾਮ ਆ ਕੋਈ ਹੈ। ਤੇ so these are kind of ज़बूर में इस कह रहा जी कि नफसानी ख्वाहिश पर फख्र करता है और लालची खुदावंद को तर्क करता है। दे अबैंडन गॉड, बल्कि उसकी अहानत आंदा, ना सिर्फ खुदा ਨੂੰ अबैंडन कर देता, ना छड़ देता वे, बल्कि उतों खुदा ਦੇ खिलाफ ਗੱਲਾਂ ਵੀ ਕਰਦੇ ਨੇ। ਠੀਕ ਹੈ, ਖੁਦਾ ਦੇ ਖਿਲਾਫ ਗੱਲਾਂ ਕਰੋਗੇ ਕਿ ਅਸੀਂ ਖੁਦਾ ਨੂੰ ਤੇ ਅਸੀਂ ਨਹੀਂ, ਸਾਡੀ ਔਕਾਤ ਨਹੀਂ ਕਿ ਅਸੀਂ ਖੁਦਾ ਨੂੰ ਪਹੁੰਚ ਸਕੀਏ, ਓਕੇ, ਉਹ ਕਰ ਸਕੀ। ਹੁੰਦਾ ਕੀ ਹੈ, ਤੁਹਾਨੂੰ ਯਾਦ ਹੈ ਜਦੋਂ ਪੌਲੁਸ ਰਸੂਲ ਦਮਿਸ਼ਕ ਜਾ ਰਿਹਾ ਸੀ ਤੇ ਯਿਸੂ ਮਸੀਹ ਦਾ ਜ਼ਾਹਿਰ ਉਹਨਾਂ ਨੇ ਕੀ ਕਿਹਾ ਯਿਸੂ ਮਸੀਹ ਨੇ कि ऐ साउल तू मुझे क्यों तंग करता है। मतलब डायरेक्ट ही डजंट हैव अप्रोच, लेकिन किवें ਜਦੋਂ ਕੋਈ ਖੁਦਾ ਦੇ ਲੋਕਾਂ ਨੂੰ ਹੱਥ ਪਾਉਂਦਾ ਨਾ, ਜਦੋਂ ਖੁਦਾ ਦੇ ਜਿਹੜੇ ਚੁਣੇ ਹੋਏ ਲੋਕ ਨੇ ਜਾਂ ਰਾਸਤਬਾਜ਼ ਲੋਕ ਨੇ, ਜਦੋਂ ਉਹਨਾਂ ਦੇ ਕੋਈ ਹੱਥ ਪਾਉਂਦਾ ਵੇ, ਐਕਚੁਅਲੀ ਦਰਅਸਲ ਉਹ ਖੁਦਾ ਦੀ ਕ੍ਰੀਏਸ਼ਨ ਔਰ ਖੁਦਾ ਦੀ ਮਖਲੂਕ ਔਰ ਖੁਦਾ ਦੇ ਲੋਕਾਂ ਦੇ ਹੱਥ ਪਾਉਣ ਦੇ ਵਸੀਲੇ ਐਕਚੁਅਲੀ ਖੁਦਾ ਨੂੰ ਹੱਥ ਪਾ ਰਿਹਾ ਹੁੰਦਾ ਵੇ। ਦੈਟਸ ਵੇਅਰ ਗॉड ਇੰਟਰਵੀਨ। ਔਰ ਖੁਦਾ ਕਹਿੰਦਾ ਜੀ ਤੂੰ ਕਿਉਂ ਇੰਜ ਕਰਨ ਦਿਆ ਮੈਂ, ਠੀਕ ਹੈ। ਚੌਥੀ ਆਇਤ ਤੋਂ ਲੈ ਕੇ ਅੱਗੇ ਐਨਾਟਮੀ ਹੈ ਜੀ। ਨਾਓ देयर इज एनाटॉमी, ਤੁਸੀਂ ਵੇਖੋਗੇ ਐਨਾਟਮੀ ਦੇ ਵਿੱਚ ਉਹਨੇ ਕਿਹਾ ਜੀ, ਜ਼ਰਾ ਸੁਣੋ ਕੀ ਕਰਨਾ ਜੀ। उसका ख्याल नंबर 1, और थॉट ਜਿਹੜੇ ਨੇ, ਥॉट ਪ੍ਰੋਸੈਸ, ਉਹ ਕੀ ਕਹਿ ਰਿਹਾ, ਖੁਦਾ ਹੈ ਹੀ ਕੋਈ ਨਹੀਂ। ਇੰਟਰਸਟਿੰਗਲੀ ਖੁਦਾ ਕਿਦੋਂ ਹੁੰਦਾ, ਜਦੋਂ ਸਾਡੀ ਲਾਈਫ ਪਲੈਨਿੰਗ, ਜਦੋਂ ਸਾਡੀ ਜ਼ਿੰਦਗੀ, ਜਦੋਂ ਸਾਡੇ ਰਿਜੋਇਸਸ, ਸਾਡੇ ਲੌਸਸ, ਸਾਡੀ ਐਵਰੀਡੇ ਹੈਬਿਟਸ ਦੇ ਵਿੱਚ ਜਦੋਂ ਖੁਦਾ ਦੇ ਬਾਰੇ ਸਾਡੇ ਕੋਲੋਂ ਨਹੀਂ ਲੰਘਦਾ ਖਿਆਲ ਕੋਈ ਵੀ, ਅਸੀਂ ਐਕਚੁਅਲੀ ਡਿਨਾਈ ਕਰਨੇ ਹੁੰਦੇ ਹਾਂ ਕਿ ਖੁਦਾ ਤੇ ਹੈ ਕੋਈ ਨਹੀਂ, ਅਸੀਂ ਖੁਦਾ ਦੇ ਬਾਰੇ ਸੋਚਣਾ ਕੀ ਹੈ ਜਾਂ ਉਹਦੇ ਨਾਲ ਇੰਟਰੈਕਟ ਕੀ ਕਰਨਾ ਹੈ। ਸੋ दैट इज एक्चुअली अंदर उसका ख्याल सरासर, इट्स अ कंटिन्यू थॉट, खुदा है कोई नहीं, उसकी राह हमेशा, उसके तेरे अहकाम, खुदा ਨੂੰ ਕਹਿਣ ਡਿਆ, खुदा ਦਾ ਵੇ ਬੰਦਾ ਕੀ ਸੋਚਦਾ ਪਿਆ, ਠੀਕ ਹੈ। वो अपने सब मुखालफों पर फुंकारता है। फुंकारना ਇੱਥੇ ਲਫ਼ਜ਼ ਜਿਹੜਾ ਨਾ ਆਪਣਾ ਇਧਰ ਪੰਜਾਬੀ ਚ ਪੜਿਓ, ਕੀ ਹੈ ਜੀ ਪੰਜਵੀਂ ਆਇਤ। ਦੁਸ਼ਟ ਦਾ ਹਰ ਕੰਮ ਸਫਲ ਹੁੰਦਾ ਹੈ, ਉਹਦੀ ਚਾਲ ਹਰ ਵੇਲੇ ਸਥਿਰ ਹੁੰਦੀ ਹੈ। ਹਾਂਜੀ, ਅੱਗੇ ਪੂਰੀ ਆਇਤ ਪੜੋ 5। ਹਾਂਜੀ, ਉਸ ਦੀ ਚਾਲ ਹਰ ਸਥਿਰ ਹੁੰਦੀ ਹੈ, ਤੇਰੇ ਨਿਆਂ ਉਹਦੀ ਸਮਝ ਤੋਂ ਉੱਚੇ ਹਨ। ਉਹ ਆਪਣੇ ਸਾਰੇ ਵਿਰੋਧੀਆਂ ਉੱਤੇ ਫੁੰਕਾਰੇ ਮਾਰਦਾ ਹੈ। here you go, ਫੁੰਕਾਰੇ ਮਾਰਦਾ। ਫੁੰਕਾਰੇ ਕੌਣ ਮਾਰਦਾ ਜੀ? ਹੈ ਕਿਹਦਾ ਇਮੇਜ ਹੈ? ਸਰਪੈਂਟ, ਸੱਪ ਦਾ, ਠੀਕ ਹੈ। ਹਿੱਸਿਸ, ਫੁੰਕਾਰਨਾ, ਸੱਪ, ਮੈਂ ਸੱਪ ਦਾ ਇਮੇਜ ਬਣਾਉਣ ਦੇ ਕਰਕੇ ਫਨੀਅਰ ਸੱਪ ਦਾ, ਓਕੇ। ਮਤਲਬ ਜਿਹੜਾ ਸੱਪ ਹੈ, ਮਤਲਬ ਉਹ ਇੰਜ ਕੀ ਕਰਦਾ, ਉਹ ਫੁੰਕਾਰਦਾ ਹੈ, ਠੀਕ ਹੈ। ਦੈਟਸ ਅ ਇਮੇਜ ਆਫ ਦਾ ਕ੍ਰੀਏਸ਼ਨ ਸਟੋਰੀ। ਅੱਗੇ ਮੈਂ ਜਿਵੇਂ ਤੁਹਾਨੂੰ ਜ਼ਿਕਰ ਕੀਤਾ ਸੀ ਕਿ ਜ਼ਬੂਰ ਦੀ ਪਹਿਲੀ ਕਿਤਾਬ ਜਿਹੜੀ ਹੈ, ਦੈਟਸ ਆਲ ਇਕੋਇੰਗ ਦਾ ਕ੍ਰੀਏਸ਼ਨ ਨੈਰੇਟਿਵ, ਠੀਕ ਹੈ। ਔਰ ਕ੍ਰੀਏਸ਼ਨ ਨੈਰੇਟਿਵ ਦੇ ਵਿੱਚ ਅਸੀਂ ਵੇਖਦੇ ਹਾਂ ਪਏ ਕਿ ਉਹ ਜਿਹੜਾ ਵੇ, ਉਹ ਅਸੀਂ ਵੇਖਣ ਡਿਆ ਕਿ ਇਮੇਜ ਔਰ ਲੈਂਗੁਏਜ ਉਹ ਯੂਜ਼ ਹੋ ਰਹੀ ਹੈ। ਉਹ ਆਪਣੇ ਦਿਲ में कहता है कभी जुम्बश नहीं खाने का, मतलब मेरा तख्त कायम रहेगा, मेरी हुकूमत कायम रहेगी, अंदर पुश्त दर पुश्त ਉਹਦੇ ਤੇ ਕਦੀ ਮੁਸੀਬਤ ਨਹੀਂ ਆਏਗੀ। 7ਵੀਂ ਆਇਤ ਤੋਂ ਐਨਾਟਮੀ ਸੁਣੋ ਜਰਾ। ਉਹਦਾ ਮੂੰਹ, ਉਹਦੀ ਜ਼ੁਬਾਨ, ਔਰ ਫਿਰ ਕਮੀਨ ਗਾਵਾਂ ਤੇ ਬਹਿੰਦਾ ਵੇ, ਉਹ ਕਤਲ ਕਰਦਾ ਵੇ, ਆਂਖੇ ਬੇਕਸ ਕੀ ਖਾਦ। ਮਤਲਬ ਤੁਸੀਂ ਵੇਖੋਗੇ ਇਹ 9ਵੀਂ ਆਇਤ ਇੰਟਰਸਟਿੰਗਲੀ, ਕਿਉਂਕਿ ਇਹ ਮੈਨੂੰ ਲੱਗਦਾ ਵੇ ਸੇਮ ਥਾਟ ਪਤਰਸ ਨੇ ਕੋਟ ਕੀਤਾ ਵੇ ਆਪਣੇ ਖਤ ਦੇ ਵਿੱਚ। ਸਿਸਟਰ ਜੋਤੀ ਜਰਾ ਤੁਸੀਂ ਕੱਢਿਓ ਜਰਾ ਪਹਿਲਾ ਪਤਰਸ 5ਵੇਂ ਬਾਬ ਦੀ 8ਵੀਂ ਆਇਤ। ਇੱਥੇ ਜਿੰਨੇ ਤੁਸੀਂ ਕੱਢਦੇ, ਮੈਂ ਆਇਤਾਂ ਪੜ੍ਹਨ ਲੱਗਾ ਤਾਂ ਕਿ ਤੁਹਾਨੂੰ ਆਈਡੀਆ ਹੋ ਜਾਏ ਪਤਰਸ ਨੇ ਸੇਮ ਕਨਸੈਪਟ ਕਿੱਥੇ ਯੂਜ਼ ਕੀਤਾ ਵੇ। 8वीं आयत लिखा जी, बल्कि 9वीं आयत। वो पोशीदा मकाम में शेर बब्बर की तरह दुबक कर बैठता है, वो गरीब के पकड़ने को घात लगाए रहता है, वो गरीब को अपने जाल में फंसा कर पकड़ लेता है। ओके जी, एम्बुश अटैक। पढ़ो जी जरा पतरस इस गल नूं किवें पेश कर देने।
फर्स्ट पीटर पहला पतरस ओदा 5 बाप ओदी 8 बाप मैं पढ़ांगी। सावधान होके जागदे रहो क्योंकि ਤੁਹਾਡਾ बैरी अर्थात शैतान गरजदे शेर ਦੀ ਤਰ੍ਹਾਂ ਇੱਧਰ ਉੱਧਰ ਲੱਭ ਰਿਹਾ ਹੈ ਕਿ ਉਹ ਕਿਸ ਨੂੰ ਪਾੜ ਖਾਵੇ। ਤੁਸੀਂ ਵਿਸ਼ਵਾਸ ਵਿੱਚ ਅਟਲ ਬਣੋ ਅਤੇ ਉਸ ਦਾ ਮੁਕਾਬਲਾ ਡਟ ਕੇ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਾਥੀ ਵਿਸ਼ਵਾਸੀ ਵੀ ਸੰਸਾਰ ਭਰ ਵਿੱਚ ਇਹੋ ਜਿਹੇ ਦੁਖੀ ਸਹਿ ਰਹੇ ਹਨ। ਥੈਂਕ ਯੂ ਜੀ। ਤੇ ਵੇਖਿਆ ਜੀ ਕਨਸੈਪਟ ਸ਼ੇਰ ਬੱਬਰ ਵਾਲਾ, ਕਨਸੈਪਟ ਘਾਤ ਲਾਉਣ ਵਾਲਾ, ਮਾਰਨ ਵਾਲਾ, ਫੜਨ ਵਾਲਾ, ਸਰੀਰ ਦਾ ਔਰ ਸ਼ਰਾਰਤ ਦੀ ਗੱਲ ਹੋਣ ਡਈ ਏ, ਹੋਣ ਡਈ ਏ। ਜ਼ਬੂਰ ਨੰਬਰ 10 ਵੀ ਸਾਨੂੰ ਸੇਮ ਕਨਸੈਪਟ ਦੇ ਰਿਹਾ ਵੇ। ਔਰ ਮੈਨੂੰ ਲੱਗਦਾ ਵੇ ਕਿ ਪਤਰਸ ਨੇ ਜਦੋਂ ਉਹਨੂੰ ਕੋਟ ਕੀਤਾ ਵੇ ਉੱਥੇ ਆਪਣੇ ਖਤ ਦੇ ਵਿੱਚ, ਪਤਰਸ ਦਾ ਦਿਮਾਗ ਦੇ ਵਿੱਚ ਜ਼ਬੂਰ ਨੰਬਰ 10 ਘੁੰਮ ਰਿਹਾ ਵੇ ਕਿ ਕਿਵੇਂ ਜਿਹੜਾ ਵੇ ਸਰੀਰ ਜਿਹੜਾ ਵੇ ਨਾ ਉਹ ਦਬਕ ਕੇ ਪੈਂਦਾ ਵੇ ਤੇ ਉਹ ਅਟੈਕ ਕਰਦਾ ਵੇ। ਠੀਕ ਹੈ ਜੀ। ਉਹਦੇ ਬਾਅਦ ਅਸੀਂ ਵੇਖਦੇ ਹਾਂ ਜੀ ਜ਼ਬੂਰ ਦੀ ਜਿਹੜੀ 12ਵੀਂ ਆਇਤ ਨਾ, 12 ਤੋਂ ਲੈ ਕੇ ਤੇ ਜਿਹੜੀ 12ਵੀਂ ਆਇਤ ਨਾ, ਉਹ ਅੱਗੇ ਫਿਰ ਸੇਮ ਥਾਟ ਪ੍ਰੋਸੈਸ ਕਰਨ ਡਿਆ ਵੇ। ਹੁਣ ਕੀ ਕਹਿ ਰਿਹਾ? ਉੱਠ ਐ ਖੁਦਾਵੰਦ। ਪਹਿਲਾਂ ਕੀ ਕਹਿ ਰਿਹਾ? ਖੁਦਾਵੰਦ ਤੂੰ ਦੂਰ ਖੜਾ ਰਹਿਣਾ ਵੇ, ਠੀਕ ਹੈ। ਫਿਰ ਆਂਦਾ ਵੇ ਤੂੰ ਲੁਕ ਜਾਣਾ ਵੇ। ਓਕੇ, ਨਾਓ ਹੀ ਇਜ਼ ਚੇਂਜਿੰਗ ਦ ਟੋਨ। ਹੁਣ ਕੀ ਕਹਿ ਰਿਹਾ ਵੇ? ਕਹਿ ਰਿਹਾ ਉੱਠ ਐ ਖੁਦਾਵੰਦ, ਆਪਣਾ ਹੱਥ ਬੁਲੰਦ ਕਰ। ਅੱਛਾ, ਮੈਨੂੰ ਨਹੀਂ ਪਤਾ ਭਾਈ ਚੌਹਾਨ ਸਾਹਿਬ ਦੇ ਕੋਲ ਕਿਹੜੀ ਟਿਊਨ ਹੈ, ਲੇਕਿਨ ਤੁਹਾਂ ਟਿਊਨ ਸੁਣੀ ਹੈ ਵਾਲੀ? ਭਾਈ ਚੌਹਾਨ ਜ਼ਰਾ ਟਿਊਨ ਗਾਇਓ। ਤੁਹਾਡੇ ਕੋਲ ਸੈਕੰਡ ਪਾਰਟ ਕਿਹੜੀ ਟਿਊਨ ਸੀ ਜਿਹੜੀ ਤੁਹਾਂ ਗਾਣੀ ਸੀ? ਜਿਹੜੀ ਦੂਸਰਾ ਹਿੱਸਾ ਹੈ ਹਾਂ, ਉਹ ਹੈ ਲਾਨਤ ਦਗਾਬਾਜ਼ ਦੀ ਜ਼ੁਲਮ ਨਾਲ, ਤੇ ਉਹਦੀ ਧੁਨ ਇਹ ਹੈ, ਲਾਨਤ ਦਗਾਬਾਜ਼ੀ ਜ਼ੁਲਮ ਨਾਲ ਉਸ ਦਾ ਮੂੰਹ ਸਭ ਭਰੇ ਆਏ, ਉਸ ਦੀ ਜੀਭ ਦੇ ਹੇਠੋਂ ਬਦੀ ਫਿਤਨਾ ਝਗੜਾ ਧਰੇ ਆਏ। ਆਇਤ ਨੰਬਰ 7 ਤੁਹਾਂ ਪੜ੍ਹੀ ਹੈ, ਸੈਕੰਡ ਪਾਰਟ ਜਿਹੜਾ। ਠੀਕ ਹੈ ਜੀ। ਅੱਛਾ, ਜ਼ਬੂਰ ਨੰਬਰ 10 ਦੀ ਅਗਰ ਮੈਂ ਗਲਤੀ ਨਾ ਕਰਾਂ, ਮੇਰੇ ਕੋਲ ਸਿਆਲਕੋਟ ਕਨਵੈਨਸ਼ਨ ਦੀ ਕਿਤਾਬ ਕੋ ਨਹੀਂ ਇਸ ਵੇਲੇ ਨੇੜੇ ਇੱਥੇ। ਅੰਕਲ ਜੀ ਤੁਹਾਡੇ ਕੋਲ ਪਈ ਹੈ, ਜ਼ਰਾ ਹੱਥ ਵਧਾ ਕੇ ਫੜੋ ਜ਼ਰਾ ਉੱਥੋਂ। ਤੇ ਜ਼ਬੂਰ ਨੰਬਰ 10 ਅਗਰ ਮੇਰੇ ਜ਼ਿਹਨ ਵਿੱਚ ਟਿਊਨ ਸਹੀ ਆ ਰਹੀ ਹੈ ਨਾ, ਤੇ ਉਹ ਵੇ ਯਹੋਵਾ ਕੁਦਰਤ ਵਾਲੇ ਉੱਠ ਤੇ ਆਪਣਾ ਹੱਥ ਵਧਾ, ਕਦੀ ਨਾ ਭੁੱਲ ਤੂੰ, ਇੰਜ ਕਰਕੇ ਬੇਟੀ ਹੁਣ, ਐ ਯਹੋਵਾ ਕੁਦਰਤ ਵਾਲੇ ਉੱਠ ਤੇ ਆਪਣਾ ਹੱਥ ਵਧਾ। ਅੰਕਲ ਜੀ ਜ਼ਬੂਰ ਨੰਬਰ 10 ਜ਼ਰਾ ਪੜ੍ਹਿਓ, ਕੀ ਹੈ ਤੁਹਾਡੇ ਕੋਲ ਸਿਆਲਕੋਟ ਕਨਵੈਨਸ਼ਨ ਵਿੱਚ ਹੈ ਵੇ ਕਿ ਨਹੀਂ? ਮੇਰੇ ਕੋਲ ਹੈ ਹੀ ਨਹੀਂ, ਇਹਨਾਂ ਨੇ ਇਹਦੇ ਚ ਇਹ ਸਿਆਲਕੋਟ ਕਨਵੈਨਸ਼ਨ ਦੀ ਕਿਤਾਬ ਚ ਜ਼ਬੂਰ ਹੈ ਹੀ ਨਹੀਂ। ਹੈ ਹੀ ਨਹੀਂ। ਲੋ ਅੰਦਾਜ਼ਾ ਲਾਓ। ਇੱਕ ਤੇ ਮੈਂ ਜਾਣਾ ਤੇ ਆ ਸਿਆਲਕੋਟ ਕਨਵੈਨਸ਼ਨ ਵਾਲੇ ਮੇਰੇ ਚਰਚ ਵਾਲੇ ਨੇ ਸਾਰੇ, ਲੇਕਿਨ ਨਾ ਮੈਂ ਉਹਨਾਂ ਜਾ ਕੇ ਪੁੱਛਣਾ ਸੀ ਕਿ ਭਈਆ ਤੂੰ ਕੀ ਕੰਮ ਕੀਤਾ। ਐਨੀਵੇ ਓਕੇ, ਸੋ ਅਸੀਂ ਵੇਖਣ ਡਏ ਆ ਕਿ ਜਿਹੜਾ ਵੇ ਨਾ ਇਹ ਜ਼ਬੂਰ ਬੜਾ ਮਸ਼ਹੂਰ ਹੈ, ਅਸੀਂ ਬੜਾ ਗਾਣੇ ਆ, ਲੇਕਿਨ ਮੈਨੂੰ ਲੱਗਦਾ ਅਸੀਂ ਕੱਲ ਗਾਵਾਂਗੇ ਜ਼ਬੂਰ ਨੰਬਰ 10 ਜਦੋਂ ਕੱਲ ਦੁਆ ਕਰਨੇ ਨਾ। ਲੇਕਿਨ ਟਿਊਨ ਮੌਜੂਦ ਹੈ, ਠੀਕ ਹੈ, ਔਰ ਦੇਸੀ ਟਿਊਨ ਹੈ, ਪੰਜਾਬੀ ਟਿਊਨ ਹੈ। ਇਟਸ ਅਵੇलेबल ਜ਼ਬੂਰ ਨੰबर 10 से। ਕਦੀ ਨਾ ਭੁੱਲ ਤੂੰ ਸਜਣਾ ਉੱਤੇ ਉੱਠ ਕੇ ਆਪਣਾ ਹੱਥ ਵਧਾਏ, ਯਹੋਵਾ ਕੁਦਰਤ ਵਾਲੇ ਉੱਠ ਤੇ ਆਪਣਾ ਹੱਥ ਵਧਾ। ਦਿਸ ਇਜ਼ ਕਾਈਂਡ ਆਫ ਅ ਟਿਊਨ। ਓਕੇ, ਸੋ ਜੀ ਇੱਥੇ ਹੁਣ ਕੀ ਕਹਿੰਦਾ? ਖੁਦਾਵੰਦ ਉੱਠ ਤੇ ਆਪਣਾ ਹੱਥ ਬੁਲੰਦ ਕਰ। ਓਕੇ, ਨਾਓ the interesting part of this verse is this is a battle cry. ਇਹ ਐਕਚੁਅਲੀ ਇਸਰਾਇਲ ਦੀ ਸਮਝੋ ਕਿ ਤਰਾਨਾਵੇਂ ਜੰਗਾਂ ਦੇ ਵਿੱਚ ਜਦੋਂ ਜਾਂਦੇ ਨਾ, ਫੌਜੀ ਜਿਵੇਂ ਜਾਂਦੇ ਨੇ, ਪਤਾ ਮੁਲਕਾਂ ਦੇ ਤਰਾਨੇ ਗਾਉਂਦੇ ਨੇ। ਸਾਡੇ ਆਪਣਾ ਮੁਸਲਮਾਨ ਦੋਸਤ ਜਿਹੜੇ ਨੇ ਪੁਰਾਣੀ ਜੰਗਾਂ ਵੇਖੀ, ਨਾਰਾ ਤਕਬੀਰ ਲਾਉਂਦੇ ਨੇ, ਅੱਲਾਹੁ ਅਕਬਰ, ਔਰ ਨਾਰਾ ਤਕਬੀਰ ਲਾ ਕੇ ਅਟੈਕ ਕਰ ਛੱਡਦੇ ਨੇ। ਠੀਕ ਹੈ, ਦਿਸ ਇਜ਼ ਕਾਈਂਡ ਆਫ ਅ ਵਾਰ ਟੋਨ। ਕਿਵੇਂ ਪਤਾ ਲੱਗਦਾ ਵੇ? ਸੇਮ ਫਾਰਮੂਲਾ ਤੁਹਾਨੂੰ ਨਜ਼ਰ ਆਏਗਾ ਜੀ ਅਗਰ ਤੁਸੀਂ ਖੋਲੋ ਹਵਾਲਾ। ਕਿਹੜਾ ਹਵਾਲਾ ਮੈਂ ਘੱਲਿਆ ਸੀ, ਮੈਂ ਭੁੱਲ ਗਿਆ ਵਾਂ। ਯੈਸ, ਗਿਣਤੀ 10:35। ਅੰਕਲ ਜੋਸ਼ਵਾ ਗਿਣਤੀ ਕਿਤਾਬ ਉਹਦਾ 10ਵਾਂ ਤਾਂ ਆਉਂ ਹੋਇਆ ਭਾਈ ਜਸ ਪੁੱਛ ਮੂਸਾ, ਤੇਰੇ ਵੈਲੀ ਖੇਰੂ ਖੇਰੂ ਹੋ ਜਾਣ ਅਤੇ ਤੇਥੋਂ ਘਿਣ ਕਰਨ ਵਾਲੇ ਤੇਰੇ ਅੱਗੇ ਨੱਠ ਜਾਣ। ਹਾਂਜੀ ਅੰਕਲ ਜੀ, ਹਵਾਲਾ ਗਿਣਤੀ 10:35 ਸਹੀ ਪੜਿਆ ਤੁਹਾਂ? ਹਾਂਜੀ। ਅੱਛਾ, ਕਿਉਂਕਿ ਫਾਰਮੂਲਾ ਵਾਲੇ ਮੈਨੂੰ ਸੁਣਾਈ ਨਹੀਂ ਦਿੱਤਾ। ਸਿਸਟਰ ਜੋਤੀ ਦਾ ਤੁਸੀਂ ਪੜੋ। ਦੀ 35 ਗਿਣਤੀ 10। ਜਦੋਂ ਕਦੀ ਵੀ ਨੇਮ ਦਾ ਸੰਦੂਕ ਅੱਗੇ ਚੱਲਦਾ ਸੀ ਤਾਂ ਮੂਸਾ ਕਹਿੰਦਾ ਸੀ, हे ਪ੍ਰਭੂ ਉੱਠ ਤਾਂ ਜੋ ਤੇਰੇ ਬੈਰੀ ਤੇਰੇ ਸਾਹਮਣੇ ਨੱਠ ਜਾਣ। ਫਿਰ ਜਦੋਂ ਨੇਮ ਦਾ ਸੰਦੂਕ ਇੱਕ ਥਾਂ ਠਹਿਰ ਜਾਂਦਾ ਸੀ ਤਾਂ ਮੂਸਾ ਕਹਿੰਦਾ ਸੀ, हे ਪ੍ਰਭੂ ਤੂੰ ਇਜ਼ਰਾਈਲ ਦੇ ਲੱਖਾਂ ਹਜ਼ਾਰਾਂ ਵਿੱਚ ਮੋੜਾ।
Here you go. Okay, so you know this is the formula which Moses has already established. Ut ए खुदावंद तेरे दुश्मन की हो जान, प्रागंदा हो जान। पादी हिस्कियल सरोज साहब दा गीत भी ऐसी किसी ने याद है? लश्करों के रब अहद के संदूक, तू हजारों हजारों में लौट के आ, लौट के आ, लश्करों के रब अहद के संदूक। सेम आयतां पादी हिस्कियल सरोज साहब ने कंपोज कीतियां सन। तेरे दुश्मन सारे प्रागंदा हों, उठ है खुदावंद। मतलब तुसीं वेखोगे कि ज़बूर नवीस जदों इत्थे ए कह रहा ना कि उठ है खुदावंद अपना हथ वधा, यानी हथ खुदा दा। तुहानूं याद है मूसा जो जंग लड़दे हन बनी इसराइल, मूसा दे हथ खड़े रहिंदे हन ते बनी इसराइल की करदे रहिंदे हन, जितदे रहिंदे हन। जिवें मूसा दे हथ थक के थल्ले होने, जितदे हन। भागना शुरू हो जाना। So this is the war cry, और war cry ਜਿਹੜੀ ਇਹ ਜ਼ਬੂਰ ਨਵੀਸ ਜਿਹੜਾ ਵੇ ਉਹ ਇਹਨੂੰ ਵੇਖਣ ਡਿਆ ਵੇ ਕਿ ਖੁਦਾ ਦੇ ਖਿਲਾਫ ਜਿਹੜੀਆਂ ਕੌਮਾਂ ਨੇ, ਜਿਹੜਾ ਸਪਿਰਿਚੁਅਲ ਰੈਲਮ ਹੈ, ਜਿਹੜਾ ਕਿ ਅਸੀਂ ਡੀਲ ਕਰ ਰਹੇ ਹਾਂ ਅਸਲੇ ਕ੍ਰੀਏਸ਼ਨ ਦੇ ਵਿੱਚ, ਔਰ ਖੁਦਾ ਦੇ ਮੁਖਾਲਫ ਕੁਵਤਾਂ ਜਿਹੜੀਆਂ ਨੇ ਉਹਦੇ ਖਿਲਾਫ ਉਹ ਕਹਿ ਰਿਹਾ ਖੁਦਾਵੰਦ ਉੱਠ, ਸੇਮ ਨੋਟੇਸ਼ਨ, ਔਰ ਆਪਣਾ ਹੱਥ ਬੁਲੰਦ ਕਰ। ਅੱਗੇ ਕਹਿੰਦੇ ਗਰੀਬਾਂ ਨੂੰ ਨਾ ਭੁੱਲ। शरीर क्यों खुदा दी बेइज्जती करदा है, अहानत करदा है? किवें बेइज्जती करदा खुदा दी? किवें खुदा दे खिलाफ ओ कुफर करदा बकदा वे? किवें खुदा दे खिलाफ ब्लास्फेमी करदा वे? ओ अपने दिल विच ए कहंदा है कि खुदा ते मैनूं पुछना ही कोई नहीं, मैं जो मर्जी करी जावां। ठीक है, दैट्स हाउ दे डिनाई गॉड्स ग्रेशियसनेस। ਉਹਦੇ ਬਾਅਦ ਅਸੀਂ ਵੇਖਦੇ ਜੀ ਕਿ ਇੱਕ ਪਾਸੇ ਕਹਿੰਦਾ ਖੁਦਾਵੰਦ ਆਪਣਾ ਹੱਥ ਬੁਲੰਦ ਕਰ, ਆਪਣਾ ਦਾਨਾ ਹੱਥ ਬੁਲੰਦ ਕਰ। ਅਗਲੇ 15ਵੀਂ ਆਇਤ ਤੋਂ ਸ਼ੁਰੂ ਕਰਦਾ ਵੇ ਸਰੀਰ ਦਾ ਬਾਜ਼ੂ ਤੋੜ ਦੇ। ਹੇ ਜਗੋ बाजू जिहड़ा वे सानू पता वे, यशाया 53 बाब असीं पढ़ने आ कि खुदावंद का बाजू किस पर जाहिर हुआ। खुदावंद का दाना हाथ दलावरी करता है, यानी दाना हाथ जिहड़ा वे दैट रिप्रेजेंट पावर, अथॉरिटी एंड कंट्रोल। ठीक है, ते ज़बूर में इत्थे कह रहा खुदावंद कि तू शरीर दा की कर दे, ओदा इख्तियार, ओदी कुवत और ओदी जिहड़ा कंट्रोल है ना, ओनू तू की कर दे, ओनू खत्म कर दे, ओनू तोड़ दे, ब्रेक कर दे। ब्रेक द चेन जिहड़ा उहने लोकां नूं बन्निया होया वे, लोकां दे खिलाफ जिहड़े काम करदे, ब्रेक दैट चेन। ठीक है जी। और अगे फिर जनाब असीं वेखने आ कि 16वीं आयत तो लैके ते 18वीं आयत तक जिहड़ा वे ना ओ खुदा दी किंगडम, खुदा दी बादशाही और खुदा दी जिहड़ी प्रेजेंस है, पावर है खुदा दी, ओदा प्रोक्लेम करदा वे। 16वीं आयत अंदर खुदावंद अब्दुल आबाद बादशाह है, नेवर एंडिंग। ठीक है जी। कौमें उसके मुल्क में से नाबूद हो गए। ऐ खुदावंद 17वीं आयत अगे हुण फिर ऐ खुदावंद हिज डायरेक्ट अप्रोच, हलीमों का मुद्दा, जेडे हंबल लोग ने, जेडे खुदावंद जेडे डाउन टू अर्थ लोग ने ना, तू असल विच उन्हां दी दुआ नूं तू सुन लिया। नाउ हियर द 3 टेंस। नंबर 1 पास्ट टेंस, तू दुआ क्यों कर लईए, सुन लईए। फ्यूचर टेंस, तू उनके दिल को तैयार करेगा, तू कान लगाकर सुनेगा। ओके, पास्ट टेंस खुदावंद तू दुआ सुन लई है, यू हैव कमांडेड, कम हो चुके आवे। ठीक है, जेडी दुआवां हो गईयां ने, अगे तू करेगा, तू उन्हां दे दिलां नूं मजबूत करेगा, तैयार करेगा, तू कान ला के सुनेगा। देन यू वर्क इन द प्रेजेंट टेंस, इन द प्रेजेंट टाइम, कि यतीम और मजलूम का इंसाफ करे, ताकि इंसान जो खाक में है फिर ना डरे। इट्स अ रीअश्योरेंस, एफर्मेशन, गॉड्स ट्रू जजमेंट एंड गॉड्स प्रोटेक्शन एंड गॉड्स प्रोविडेंस। तो मेरे जीजो सिक्ख्या की इहदे विच असां सिक्ख्या असां है मेरे जीजो, बाज़ औकात ਜਿਹੜੇ ਸਾਡੇ ਹੈਬਿਚੁਅਲ ਡਿਵੋਸ਼ਨ ਨੇ ਨਾ, ਭਾਵੇਂ ਅਸੀਂ ਹੱਸਦੇ ਹੋਈਏ ਤੇ ਭਾਵੇਂ ਰੋਂਦੇ ਹੋਈਏ, ਭਾਵੇਂ ਸਾਡੇ ਖਿਲਾਫ ਹੱਥ 'ਚ ਕੁਛ ਹੋਏ ਜਾਂ ਨਾ ਹੋਏ, ਭਾਵੇਂ ਅਸੀਂ ਕਿਸੇ ਵੀ ਹਾਲਾਤ 'ਚ ਗੁਜ਼ਰੀਏ, ਸਾਡਾ ਰਿਲੇਸ਼ਨਸ਼ਿਪ ਖੁਦਾ ਨਾਲ ਕੀ ਰਹਿਣਾ ਚਾਹੀਦਾ? ਕਾਇਮ, ਟਰੂ ਐਂਡ ਓਨੈਸਟ। ਨੰਬਰ 2, ਕਈ ਵਾਰੀ ਖੁਦਾ ਸਾਡੇ ਵਾਏ ਦਾ ਜਵਾਬ ਨਹੀਂ ਦਿੰਦਾ ਕਿ ਮੈਂ ਕਿਉਂ ਕਰਨ ਡਿਆ। ਓਕੇ, ਸੋ ਡੋਂਟ ਐਕਸਪੈਕਟ ਐਵਰੀ ਆਨਸਰ ਫਰਮ ਗॉड। ਬਾਜ਼ ਔਕਾਤ ਖੁਦਾ ਚੁੱਪ ਰਹਿੰਦਾ ਵੇ, खामोश रहिंदा वे, लेकिन खामोशी एंड साइलेंस दे विच खुदा काम करदा हुंदा वे। और बाज़ औकात खुदा अपने ग्लोरी, अपने जलाल वास्ते खुदा जिहड़ा वे कुछ चीज़ां नूं परमिट करदा वे कि खुदा लोकां दी जिंदगियां जारी होण। अहां सिर्फ की करना वे, असां खुदा ते बिलीव रखना है, ईमान रखना वे कि वट एवर गॉड इज ब्रिंगिंग, गॉड हैज अ बिगर पिक्चर देन आवर नैरो पिक्चर and we have to have faith। खुदावंद सानू सारिਆਂ ਨੂੰ ईमान विच खलोण दी मदद करे और अपने कोलों सवाल पुछिए खुदा दे अगे कि ਅਸੀਂ ਕਿਦੋਂ खुदा दे सामने ऑनेस्ट रिलेशनशिप ਦੇ ਨਾਲ ਆਉਂਦੇ ਆ। ਅਸੀਂ ਕਿਦੋਂ खुदा दे सामने, ਅਸੀਂ ਕਿਦੋਂ ਖਾਸ ਤੌਰ ਤੇ COVID-19 ਦੇ ਵਿੱਚ ਅਸੀਂ खुदा ਅੱਗੇ अपील कर सकते हैं, खुदावंद किदों तक चलेगा? हाउ लॉन्ग खुदावंद तू चुप कीता रहेगा, तू किदों इंटरवीन नहीं करेगा?
these are kind of a situation where we can contribute. खुदा ਸਾਨੂੰ ਸਾਰਿਆਂ ਨੂੰ ਕਲਾਮ ਦੇ ਵਸੀਲੇ ਬਰਕਤ ਦੇ ਆਮੀਨ। Amen. Thank you, Pastor G. मैं हुन invite कर दिया Uncle Amen. Joshua को अपने सवाल तो अपनी commentary सारे नाल share करन। मैं इस ज़बूर दा जेड़ा थीम है ना वो इस तरह लिया, why do the wicked succeed although God may seem to be hidden at times, we can be assured that he is aware of every injustice। ਤੇ ਉਹਦੀ ਜਿਹੜੀ 10 ਜ਼ਬੂਰ ਦੀ 4 ਤੋਂ 6 ਆਇਤਾਂ ਜਿਹੜੀਆਂ ਨੇ ਉਹਨਾਂ ਨੂੰ ਮੈਂ ਕੀਤਾ ਜਰਾ ਥੋੜਾ ਜਿਹਾ ਐਕਸਪਲੇਨ। ਤੇ ਉਹਦੇ ਚ ਹੈ ਵੀ some people succeed in everything they do and they brag that no one, not even God, can keep them down। We may wonder why God allows these people to amass great wealth while they do, but they are we upset when wicked prosper? Are we angry about the damage they are doing, or just jealous of their success? To answer these questions, we must gain the right perspective of wickedness and wealth. The wicked will surely be punished because God hates their evil deeds. Wealth is only temporary. It is not necessarily a sign of God's approval on a person's life, nor is lack of. It is a sign of God's disapproval. Don't let wealth or lack of it become your obsessions. That's it. Thank you, Uncle Joshua. मैं हुन invite कर दिया आंटी ज्योति ਨੂੰ ਕਿ ਉਹ ਵੀ ਆਪਣੇ ਸਵਾਲ ਤੇ ਆਪਣੀ commentary ਸਾਰਿਆਂ ਨਾਲ share ਕਰਨ। ਇੱਕ ਵਾਰ ਫਿਰ ਸਾਰਿਆਂ ਨੂੰ ਜੈ ਮਸੀਹ ਦੀ। ਜ਼ਬੂਰ ਨੰਬਰ 10 ਮੈਂ ਇਹਦੇ ਵਿੱਚ ਦੇਖਿਆ ਕਿ ਦਾਊਦ ਨੇ ਇੱਕ ਦੁਖੀ ਮਨ ਦੀ ਪ੍ਰਾਰਥਨਾ ਆਪਣੀ ਪ੍ਰਭੂ ਦੇ ਅੱਗੇ ਰੱਖੀ ਹੈ। ਔਰ ਮੈਂ ਬੈਠੀ ਦੇਖ ਰਹੀ ਸੀ ਕਿ ਜਿਹੜੇ ਜ਼ਬੂਰ ਲਿਖੇ ਗਏ ਬਹੁਤ ਸਾਲ ਪੁਰਾਣੇ ਪਹਿਲਾਂ ਲਿਖੇ ਗਏ ਆ ਦਾਊਦ ਦੇ ਭਜਨ ਜਿਹੜੇ ਆ, ਔਰ ਅੱਜ ਵੀ ਇਹੀ ਚੀਜ਼ ਸੇਮ ਚੱਲ ਰਹੀ ਹੈ ਕਿਉਂਕਿ ਦਾਊਦ ਦੇ ਭਜਨ ਦੇ ਵਿੱਚ ਜਿਹੜਾ ਇਹ 10ਵਾਂ ਭਜਨ ਆ ਇਹਦੇ ਵਿੱਚ ਉਸਨੇ ਇੱਕ ਹੰਕਾਰੀ ਮਨ ਦੀ ਉਹਨੇ ਜ਼ਿਕਰ ਕੀਤਾ ਕਿ ਅੱਜ ਕਿਸ ਤਰ੍ਹਾਂ ਦੇ ਲੋਕ ਹਨ ਕਿ ਜਿਹੜੇ ਦੂਸਰੇ ਬਾਰੇ ਬੁਰਾ ਹੀ ਸੋਚਦੇ ਆ। ਔਰ ਉਹ ਖੁਦਾ ਐਸੇ ਵੀ ਬਹੁਤ ਸਾਰੇ ਲੋਕ ਹੈ ਜੋ ਸਿਰਫ ਆਪਣੇ ਧਨ ਦੌਲਤ ਤੇ ਹੀ ਮਾਣ ਕਰਦੇ ਹਨ ਔਰ ਖੁਦਾ ਨੂੰ ਕੁਛ ਜਾਣਦੇ ਨਹੀਂ। ਉਹ ਕਹਿੰਦੇ ਜੋ ਵੀ ਅਸੀਂ ਕੀਤਾ ਅਸੀਂ ਆਪਣੇ ਹੀ ਬਲਬੂਤੇ ਤੇ ਕੀਤਾ ਕਿ ਪ੍ਰਭੂ ਸਾਡੇ ਲਈ ਕੁਛ ਵੀ ਨਹੀਂ, ਇਹ ਸਾਡੀ ਹੀ ਮਿਹਨਤ ਹੈ ਜੋ ਅਸੀਂ ਅੱਜ ਤੱਕ ਅਸੀਂ ਕਮਾਇਆ ਜੋ ਅਸੀਂ ਕੀਤਾ। ਔਰ ਇਸ ਵਿੱਚ ਦਾਊਦ ਨੇ ਜਿਹੜਾ ਜ਼ਿਕਰ ਕੀਤਾ ਉਸ ਟਾਈਮ ਦਾ ਕੀਤਾ ਔਰ ਅੱਜ ਵੀ ਸੇਮ ਉਹੀ ਚੀਜ਼ਾਂ ਨੇ ਕਿ ਬਹੁਤ ਸਾਰੀ ਲੋਕੀ ਐਸੇ ਨੇ ਕਿ ਜਿਹੜੇ ਦੂਸਰਿਆਂ ਨੂੰ ਕੁਛ ਸਮਝਦੇ ਨਹੀਂ ਹੈ। ਔਰ ਉਹ ਕਹਿੰਦੇ ਕਿ ਇਹਨਾਂ ਨੂੰ ਕੁਛ ਪਤਾ ਹੀ ਨਹੀਂ ਹੈ ਕਿ ਬੁਰੇ ਦੇ ਕੋਲ ਪੈਸਾ ਤਾਂ ਹਮੇਸ਼ਾ ਬਹੁਤ ਹੁੰਦਾ ਆ ਜੋ ਵੀ, ਲੇਕਿਨ ਉਹ ਉਸਦੀ ਬੁਰਾਈ ਵੀ ਉਸਦੇ ਸਾਹਮਣੇ ਹੀ ਹਮੇਸ਼ਾ ਰਹਿੰਦੀ ਆ। ਲੇਕਿਨ ਉਹ ਖੁਦਾ ਨੂੰ ਨਹੀਂ ਜਾਣਦੇ ਔਰ ਉਹ ਇਸ ਹੰਕਾਰ ਦੇ ਵਿੱਚ ਰਹਿੰਦੇ ਆ ਕਿ ਦੂਸਰੇ ਨੂੰ ਕਿਸ ਤਰ੍ਹਾਂ ਉਹ ਨੀਚਾ ਦਿਖਾ ਸਕਣ। ਔਰ ਮੈਂ ਇਹਨਾਂ ਗੱਲਾਂ ਨੂੰ ਨਹੀਂ ਇੰਨਾ ਜ਼ਿਕਰ ਕਰਦੀ ਕਿਉਂਕਿ ਇਹ ਦਾਊਦ ਦਾ ਭਜਨ ਜਿਹੜਾ ਇਹ ਉਸਨੇ ਆਪਣਾ ਦੁਖੀ ਮਨ ਦੇ ਨਾਲ ਪ੍ਰਾਰਥਨਾ ਕੀਤੀ। ਲੇਕਿਨ ਇਸ ਦੀ ਜਿਹੜੀ ਮੈਂ ਹੁਣ ਪੜ੍ਹ ਰਹੀ ਸੀਗੀ ਇੱਕ ਆਇਤ ਹੈ 17 ਆਇਤ ਔਰ 18 ਆਇਤ, ਇੱਥੇ ਉਸਨੇ ਜ਼ਿਕਰ ਕੀਤਾ ਕਿ हे ਪ੍ਰਭੂ ਤੂੰ ਗਰੀਬਾਂ ਦੀ ਪ੍ਰਾਰਥਨਾ ਤੂੰ ਉਹਨਾਂ ਨੂੰ ਹੌਸਲਾ ਦੇ ਸੁਣ ਅਤੇ ਤੂੰ ਉਹਨਾਂ ਦੀ ਪੁਕਾਰ ਸੁਣਦਾ ਹੈ। ਉਹ ਖੁਦਾਵੰਦ ਨੂੰ ਉਹ ਕਹਿੰਦਾ ਹੈ ਕਿ ਮੈਂ ਜਾਣਦਾ ਕਿ ਤੂੰ ਪ੍ਰਭੂ ਹਮੇਸ਼ਾ ਗਰੀਬਾਂ ਦੇ ਨਾਲ ਰਹਿਣਾ ਹੈ। ਜਿਹਨਾਂ ਲੋਕਾਂ ਨੂੰ ਲੋਕ ਕੁਝ ਸਮਝਦੇ ਨਹੀਂ ਹੈਗੇ, ਜਿਹਨਾਂ ਕੋਲ ਪੈਸਾ ਹੈ ਜੋ ਗੱਲਾਂ ਵਿੱਚ ਹੀ ਦੂਸਰਿਆਂ ਨੂੰ ਕੁਝ ਸਮਝਦੇ ਨਹੀਂ ਹੈ, ਲੇਕਿਨ ਪ੍ਰਭੂ ਉਹਨਾਂ ਦੇ ਨਾਲ ਹਮੇਸ਼ਾ ਰਹਿੰਦਾ ਹੈ। ਔਰ ਉਸਨੇ ਕਿਹਾ ਹੈ ਕਿ ਤੂੰ ਅਨਾਥਾਂ ਤੇ ਜ਼ੁਲਮ ਹੇਠ ਦੱਬਿਆਂ ਦਾ ਨਿਆਂ ਜਿਸਨੂੰ ਦੇਖ ਕੇ ਕਿ ਮਿੱਟੀ ਤੋਂ ਬਣਿਆ ਮਨੁੱਖ ਫਿਰ ਕਦੀ ਇੱਕ ਦੂਜੇ ਤੇ ਜ਼ੁਲਮ ਨਾ ਕਰੇ। ਉਸਨੇ ਪ੍ਰਭੂ ਨੂੰ ਯਾਦ ਦਿਲਾਇਆ ਹੈ ਔਰ ਮਨੁੱਖ ਨੇ ਵੀ ਯਾਦ ਦਿਲਾਇਆ ਹੈ ਕਿ ਖੁਦਾਵੰਦ ਨੇ ਤੁਹਾਨੂੰ ਮਿੱਟੀ ਤੋਂ ਬਣਾਇਆ ਔਰ ਇਸ ਦੀ ਕੋਈ ਕੀਮਤ ਨਹੀਂ ਹੈ, ਇਨਸਾਨ ਦੀ ਕੋਈ ਵੀ ਕੀਮਤ ਨਹੀਂ ਹੈ। ਅਸੀਂ ਅੱਜ ਬੈਠੇ ਹਾਂ, ਕੱਲ ਦਾ ਸਾਨੂੰ ਕੁਛ ਵੀ ਇਸ ਦੇ ਵਿੱਚ ਪਤਾ ਨਹੀਂ ਕਿ ਕੱਲ ਕੀ ਹੋਣਾ ਹੈ। ਉਸਨੇ ਕਿਹਾ ਹੈ ਕਿ ਮਿੱਟੀ ਤੋਂ ਤੂੰ ਬਣਿਆ ਹੈ ਔਰ ਤੂੰ ਖੁਦਾਵੰਦ ਐਸਾ ਕੁਛ ਕਰ ਕਿ ਇਹਨਾਂ ਨੂੰ ਯਾਦ ਆਵੇ ਕਿ ਇਹ ਇੱਕ ਦੂਜੇ ਤੇ ਜ਼ੁਲਮ ਨਾ ਕਰਨ, ਕਿ ਅਸੀਂ ਸਭ ਸੇਮ ਆ ਪ੍ਰਭੂ ਦੇ ਵਿੱਚ ਬਣਾਏ ਹੋਏ, ਅਸੀਂ ਪ੍ਰਭੂ ਦੀ ਅਸੀਂ ਸਰੂਪ ਤੇ ਬਣਾਏ ਹੋਏ, ਅਸੀਂ ਪ੍ਰਭੂ ਦੇ ਵਿੱਚ ਸੇਮ ਆ, ਭੈਣ ਭਰਾ ਬਣ ਕੇ ਰਹੀਏ, ਇੱਕ ਦੂਸਰੇ ਨਾਲ ਪਿਆਰ ਕਰੀਏ ਔਰ ਨਾ ਕਿ ਇੱਕ ਦੂਸਰੇ ਨੂੰ ਨੀਚਾ ਸਮਝੀਏ। ਦਾਊਦ ਦੇ ਭਜਨ ਸਾਰੇ ਹੀ ਬਹੁਤ ਵਧੀਆ, ਲੇਕਿਨ ਮੈਂ ਸੋਚਦੀ ਸੀ ਕਿ ਪਹਿਲਾਂ ਵੀ ਇਹ ਜਿਹੜੇ ਭਜਨ ਹੈ ਬਹੁਤ ਦੇਰ ਪਹਿਲਾਂ ਦੇ, ਪਤਾ ਨਹੀਂ ਕਿੰਨੇ ਸਾਲ ਪਹਿਲਾਂ, ਔਰ ਅੱਜ ਵੀ ਇਹ ਸੇਮ ਥਿੰਗ ਆ ਕਿ ਲੋਕ ਅੱਜ ਵੀ ਬੁਰਾਈ ਦੇ ਵਿੱਚ ਹਨ, ਇੱਕ ਦੂਸਰੇ ਨੂੰ ਕੋਈ ਕੁਝ ਸਮਝਦਾ ਨਹੀਂ ਹੈ। ਜਿਹਨਾਂ ਕੋਲ
ਥੋੜਾ ਪੈਸੇ ਹਨ ਉਹ ਗਰੀਬ ਨੂੰ ਤਾਂ ਵੈਸੇ ਹੀ ਕੋਈ ਪੁੱਛਦਾ ਨਹੀਂ ਹੈ, ਉਹ ਕਹਿੰਦੇ ਵੀ ਕੋਈ ਗੱਲ ਨਹੀਂ ਇਹਨਾਂ ਦਾ ਤਾਂ, ਲੇਕਿਨ ਦਾਊਦ ਨੇ ਇਹੀ ਕਿਹਾ ਹੈ ਕਿ ਪ੍ਰਭੂ ਤੋਂ ਸਭ ਨੂੰ ਯਾਦ ਰੱਖਦਾ ਹੈ, ਤੂੰ ਪ੍ਰਭੂ ਤੋਂ ਸਭ ਦਾ ਇਨਸਾਫ ਕਰਦਾ, ਔਰ ਤੇਰੀ ਨਜ਼ਰ ਦੇ ਵਿੱਚ ਸਭ ਇੱਕੋ ਜਿਹੇ ਹਨ। ਆਮੀਨ। Amen. Thank you, Amen. Auntie जी। ਹੁਣ ਮੈਂ ਅੰਕਲ ਆਸ਼ਿਫ ਨੂੰ ਰਿਕੁਐਸਟ ਕਰਾਂਗੀ ਕਿ ਉਹ ਵੀ ਆਪਣੇ ਸਵਾਲ ਤੇ ਆਪਣੇ ਕਮੈਂਟਰੀ ਸਾਡੇ ਨਾਲ ਸ਼ੇਅਰ ਕਰ ਸਕਦੇ ਆ, ਤੇ ਸਾਨੂੰ ਜ਼ਬੂਰ ਦਾ ਆਖਰੀ ਹਿੱਸਾ ਵੀ ਗਾ ਕੇ ਸੁਣਾਉਣਗੇ। ਉਹ ਆਖਰੀ ਹਿੱਸਾ ਜਿਹੜਾ ਤੀਸਰਾ ਹੈ ਉਹਦੀ ਮੈਂ ਧੁਨ ਪ੍ਰਿਪੇਅਰ ਨਹੀਂ ਕੀਤੀ ਸੀ, ਮੇਰੇ ਕੋਲ ਸਿਰਫ ਦੂਸਰੇ ਹਿੱਸੇ ਦੀ ਧੁਨ ਹੈ, ਜਿਹੜਾ ਹੈ ਕਿ ਲਾਨਤ ਦਾ ਆਵਾਜ਼ ਜ਼ੁਲਮ ਨਾਲ, ਤੇ ਉਹ ਮੈਂ ਸ਼ੇਅਰ ਕਰਾਂਗਾ। ਜਿਹੜੀ ਥਾਟ ਹੈ ਉਹ ਜਿਸ ਤਰ੍ਹਾਂ ਕਿ ਹਰ ਇੱਕ ਭਾਈ ਥੋੜੀ ਦੇਰ ਪਹਿਲੇ ਦੱਸ ਰਹੇ ਸਨ ਕਿ ਜਿਹੜਾ ਹੈ ਰਿਲੇਸ਼ਨਸ਼ਿਪ, ਰਿਸ਼ਤਾ ਖੁਦਾ ਦੇ ਨਾਲ, ਇਹ ਸਾਰਾ ਮਾਮਲਾ ਉਹਦਾ ਹੈ। ਇਨਸਾਨ ਹੋਣ ਦੀ ਹੈਸੀਅਤ ਦੇ ਨਾਲ ਇਹ ਸਾਡਾ ਹੱਕ ਬਣਦਾ ਹੈ ਔਰ ਸਾਡੀ ਜ਼ਰੂਰਤ ਹੈ ਕਿ ਅਸੀਂ ਸਵਾਲ ਪੁੱਛਨੇ, ਕਿਉਂਕਿ ਅਸੀਂ ਛੋਟੀ ਜ਼ਿੰਦਗੀ ਦੇ ਅੰਦਰ ਛੋਟੀਆਂ ਚੀਜ਼ਾਂ ਦੇਖ ਸਕਦੇ ਹਾਂ। ਮੈਂ ਇਸ ਦੀਵਾਰ ਤੋਂ ਅੱਗੇ ਨਹੀਂ ਦੇਖ ਸਕਦਾ, ਮੇਰੀ ਪਰਦੇ ਦੇ ਬਾਹਰ ਪਿੱਛੇ ਕੀ ਹੈ ਮੈਂ ਉਹ ਨਹੀਂ ਦੇਖ ਸਕਦਾ, ਲੇਕਿਨ ਖੁਦਾਵੰਦ ਆਉਣ ਵਾਲੇ ਵਕਤ ਦੇ ਅੰਦਰ ਕੀ ਆ ਉਹਨੂੰ ਦੇਖ ਸਕਦਾ ਹੈ। ਇਹਦਾ ਮਤਲਬ ਇਹ ਹੈ ਕਿ ਅਸੀਂ ਇੱਕ ਐਸੀ ਐਂਟੀਟੀ ਦੇ ਨਾਲ ਰਿਲੇਸ਼ਨ ਰੱਖਦੇ ਹਾਂ ਜਿਹਨੂੰ ਕਿ ਪਿਛਲੇ ਜ਼ਮਾਨਿਆਂ ਦਾ ਜਿਹੜੇ ਕਿ ਹਜ਼ਾਰਾਂ ਸਾਲ ਦੇ ਨੇ ਔਰ ਆਉਣ ਵਾਲੇ ਜ਼ਮਾਨਿਆਂ ਦਾ ਜਿਹੜੇ ਕਿ ਸਵਾ ਔਰ ਹਜ਼ਾਰਾਂ ਸਾਲ ਦੇ ਨੇ ਉਹਨਾਂ ਦਾ ਪਤਾ ਹੈ। ਅਗਰ ਮੈਂ ਇੱਕ ਐਸੀ ਐਂਟੀਟੀ ਦੇ ਕੋਲੋਂ ਸਵਾਲ ਕਰਨਾ ਤੇ ਮੇਰੇ ਅੰਦਰ ਕੈਪੈਸਿਟੀ ਹੋਣੀ ਚਾਹੀਦੀ ਹੈ ਉਹਨੂੰ ਸਮਝਣ ਦੀ, ਜਦੋਂ ਮੇਰੇ ਜਵਾਬ ਮਿਲੇ। ਹੁਣ ਅਗਰ ਮੈਂ ਇੱਕ ਸਵਾਲ ਕਰਨਾ ਔਰ ਮੈਨੂੰ ਉਹਦਾ ਜਵਾਬ ਮਿਲਦਾ ਔਰ ਮੇਰੀ ਸਮਝ ਨਹੀਂ ਆਉਂਦਾ ਤਾਂ ਮੇਰਾ ਖਿਆਲ ਹੁੰਦਾ ਕਿ ਮੈਨੂੰ ਜਵਾਬ ਨਹੀਂ ਮਿਲਿਆ, ਇਹ ਗਲਤ ਜਵਾਬ ਮਿਲਿਆ, ਜਾਂ ਮੇਰਾ ਖਿਆਲ ਹੈ ਕਿ ਇਹ ਪਤਾ ਨਹੀਂ ਕੀ ਚੀਜ਼ ਹੈ। ਇਹ ਖੁਦਾਵੰਦ ਦੀ ਜਿਹੜੀ ਸਮਝ ਹੈ, ਉਹ ਜਿਹੜੇ ਕੰਮ ਨੇ ਉਹਦੇ, ਇੱਕ ਬੜੀ ਚੀਜ਼ ਹੈ ਜਿਹੜੀ ਅਸੀਂ ਬਚਪਨ ਚ ਸੁਣਦੇ ਆਏ ਹਾਂ ਕਿ ਖੁਦਾਵੰਦ ਆਪਣੇ ਗੱਲਾਂ ਦੀ ਸਮਝ ਦਿੰਦਾ ਹੈ, ਆਪਣੇ ਕਲਾਮ ਦੀ ਸਮਝ ਦਿੰਦਾ ਹੈ। ਇਹਦਾ ਕੀ ਮਤਲਬ ਹੈ ਪੜ੍ਹਿਆ ਮੇਰੀ ਸਮਝ ਆ ਗਿਆ? ਨਹੀਂ, ਇਹ ਗੱਲ ਨਹੀਂ ਹੈ। ਇਹ ਸਮਝ ਦਿੰਦਾ ਹੈ ਖੁਦਾਵੰਦ ਆਪਣੀਆਂ ਗੱਲਾਂ ਦੀ, ਕਿਉਂਕਿ ਉਹਦੀਆਂ ਗੱਲਾਂ ਜਿਹੜੀਆਂ ਨੇ ਉਹ ਅਚਰਜ ਨੇ। ਉਹ ਇਨਸਾਨੀ ਦਿਮਾਗ, ਬ੍ਰੇਨ ਪ੍ਰੋਸੈਸਿੰਗ, ਕੈਲਕੂਲੇਸ਼ਨਸ, ਮੈਥਮੈਟੀਕਲ ਐਨਾਲਿਸਿਸ, ਇਹ ਉਹਦੀ ਬੇਸਿਸ ਦੇ ਉੱਤੇ ਨਹੀਂ ਸਮਝੀ ਜਾ ਸਕਦੀ। ਇਹ ਉਸ ਤਰ੍ਹਾਂ ਆਉਂਦੀ ਹੈ ਜਿਸ ਤਰ੍ਹਾਂ ਇਨਸਾਨ ਦੇ ਉੱਤੇ ਬਾਰਿਸ਼ ਵਰਸੇ। ਇਨਸਾਨ ਦੇ ਅੰਦਰੋਂ ਬਾਰਿਸ਼ ਨਹੀਂ ਪੈਦਾ ਹੁੰਦੀ, ਉੱਤੋਂ ਆਉਂਦੀ ਹੈ। ਇਹ ਖੁਦਾਵੰਦ ਦਾ ਕਲਾਮ ਔਰ ਉਹਦੀ ਸਮਝ ਇਸ ਤਰ੍ਹਾਂ ਹੈ। ਇਸ ਲਈ ਮੈਂ ਇਹ ਨਹੀਂ ਕਹਿ ਸਕਦਾ ਕਿ ਖੁਦਾਵੰਦ ਮੇਰੇ ਦਰਵਾਜ਼ੇ ਤੇ ਮੁਸੀਬਤ ਆ ਖੜੀ ਹੋਈ ਹੈ, ਤੂੰ ਕਿੱਥੇ ਹੈ? ਮੇਰੇ ਕੋਲ ਇਹ ਈਮਾਨ ਜਿੰਨਾ ਚਿਰ ਦਿੱਤਾ ਨਾ ਜਾਏ ਆ ਨਹੀਂ ਸਕਦਾ ਕਿ ਜਿਹੜੀ ਕਸ਼ਤੀ 'ਚ ਮੈਂ ਬਹਿਨਾ, ਖੁਦਾਵੰਦ ਉਸ ਕਸ਼ਤੀ ਨੂੰ ਮੇਰੇ ਵਾਸਤੇ ਔਰ ਉਸ ਕਸ਼ਤੀ 'ਚ ਬੈਠਣ ਵਾਲਿਆਂ ਨੂੰ ਮੇਰੇ ਹਵਾਲੇ ਦੇ ਨਾਲ ਮਹਿਫੂਜ਼ ਰੱਖਦਾ, ਕਿਉਂਕਿ ਉਹਨੇ ਮੈਨੂੰ ਚੁਣਿਆ। ਇਹ ਹੈ ਇੱਕ ਮਸੀਹੀ ਦਾ ਈਮਾਨ। ਉਹ ਕਸ਼ਤੀ ਦੇ ਡਗਮਗਾਉਣ ਤੇ ਫਿਕਰ ਨਹੀਂ ਕਰਦੇ। ਉਹਨਾਂ ਨੂੰ ਪਤਾ ਹੈ ਕਿ ਇਹਨੂੰ ਚਲਾਉਣ ਵਾਲਾ ਖੁਦਾਵੰਦ ਹੈ ਔਰ ਇਹਨੂੰ ਮੰਜ਼ਿਲ ਤੇ ਲਿਜਾਣ ਵਾਲਾ ਖੁਦਾਵੰਦ ਹੈ। ਇਸੇ ਵਾਸਤੇ ਮਸੀਹ ਨੇ ਜਿਹੜਾ ਸਭ ਤੋਂ ਜ਼ਿਆਦਾ ਫੋਕਸ ਰੱਖਿਆ ਸੀ ਉਹ ਇਹ ਸੀ, ਈਮਾਨ। ਈਮਾਨ, ਕੀਪ योर ਫੇਥ। ਤੁਹਾਡਾ ਈਮਾਨ ਕਿੱਥੇ ਗਿਆ? ਮੈਂ ਕਬ ਤੱਕ तुम्हारे साथ रहूंगा? ਬਟ ਉਹਦੀ ਸਮਝ ਵੀ ਖੁਦਾਵੰਦ ਹੀ ਦਿੰਦਾ ਹੈ ਜਦੋਂ ਉਹਦੇ ਕੋਲ ਅਸੀਂ ਮੰਗੀਏ। ਇਸ ਵਾਸਤੇ ਮੈਂ ਦੁਆ ਕਰਨਾ ਕਿ ਖੁਦਾਵੰਦ ਦੇ ਸਭ ਲੋਕ ਜਿਹੜੇ ਉਹਦੇ ਕੋਲੋਂ ਈਮਾਨ ਦੀ ਮਜ਼ਬੂਤੀ ਔਰ ਸਮਝ ਮੰਗਦੇ ਨੇ, ਖੁਦਾਵੰਦ ਉਹਨਾਂ ਨੂੰ ਅਤਾ ਕਰੇ। ਔਰ ਜਦੋਂ ਉਹ ਮਿਲਦੀ ਹੈ ਤੇ ਤੁਹਾਨੂੰ ਆਪਣੀ ਹੀ ਜ਼ਿੰਦਗੀ ਦੇ ਅੰਦਰ ਉਹ ਸਾਰੇ ਮੌਜਜ਼ੇ ਨਜ਼ਰ ਆਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਉਹ ਬਚਪਨ ਤੋਂ ਕਰਦਾ ਆ ਰਿਹਾ। ਵਰਨਾ ਖਿਆਲ ਤਾਂ ਮੈਂ ਤੇ ਅੱਜ ਤੱਕ ਉਹ ਮੌਜਜ਼ਾ ਦੇਖਿਆ ਹੀ ਨਹੀਂ। ਤੁਹਾਨੂੰ ਪਤਾ ਲੱਗਦਾ ਤੁਹਾਡੀ ਤਾਂ ਪੂਰੀ ਜ਼ਿੰਦਗੀ ਹੀ ਮੌਜਜ਼ਾ ਹੈ ਜਦੋਂ ਤੁਹਾਨੂੰ ਇਹ ਸਮਝ ਆਉਂਦੀ ਕਿ ਖੁਦਾਵੰਦ ਨੇ ਤੁਹਾਡੇ ਲਈ ਕੀਤਾ ਕੀ ਹੈ। ਆਮੀਨ। ਥੈਂਕ ਯੂ ਤੁਹਾਡੇ ਸਾਰਿਆਂ ਦਾ ਇਸ ਰਿਫਲੈਕਸ਼ਨ ਲਈ। ਮੈਂ ਧੰਨਵਾਦ ਕਰਦੀ ਹਾਂ ਜਿਹੜੇ ਇਸ ਅੱਜ ਦੇ ਐਪੀਸੋਡ ਵਿੱਚ ਸਾਡੇ ਨਾਲ ਸ਼ਾਮਿਲ ਹੋਇਆ। ਸਾਡਾ ਅਗਲਾ ਐਪੀਸੋਡ ਨੈਕਸਟ ਟਿਊਜ਼ਡੇ ਨੂੰ ਹੋਏਗਾ and ਅਸੀਂ ਫਿਰ ਇਸੇ ਟਾਈਮ ਤੇ ਇਸ ਤਰ੍ਹਾਂ ਮਿਲ ਕੇ ਦਾਊਦ ਦੀ ਜ਼ਬੂਰਾਂ ਤੇ ਗੌਰ ਕਰਾਂਗੇ। ਥੈਂਕ ਯੂ। ਚੌਹਾਨ ਸਾਹਿਬ, ਜਾਣ ਤੋਂ ਪਹਿਲਾਂ ਤੁਸੀਂ ਜ਼ਬੂਰ ਪਾਰਟ 2 ਦੀ ਇੱਕ 27 ਅੰਤਰਾ ਜ਼ਰਾ ਸੁਣਾ ਦਿਓ ਸਾਨੂੰ। ਜੀ। ਲਾਨਤ ਦਗਾਬਾਜ਼ੀ ਜ਼ੁਲਮ ਨਾਲ ਉਸ ਦਾ ਮੂੰਹ ਸਭ ਭਰੇ ਆਏ, ਉਸ ਦੀ ਜੀਭ ਦੇ ਹੇਠੋਂ ਬਦੀ ਫਿਤਨਾ ਝਗੜਾ ਧਰੇ ਆਏ।
बेगुनाह नू छुप के मारदा ढा उत्ते ओ बहंदा ए आजिज़ दे मस्कीनां नू छुप के तारदा रहंदा ए लानत दगाबाजी जुल्म नाल उस दम सब भरे आए उस दी जीब दे हेठों बदी फितना झगड़ा धरे आए आमीन ਥੈਂਕ ਯੂ ਜੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ ਜਦੋਂ ਅਸੀਂ ਦੁਆਜਾ ਮੀਟਿੰਗ ਵਿੱਚ ਜਾਣਾ ਵੇ ਜ਼ਬੂਰਾਂ ਦੇ ਆਪਣਾ ਖਾਸ ਤੌਰ ਤੇ ਇੰਡੀਆ ਵਾਸਤੇ ਕੱਲ ਸਾਡੇ ਚਰਚ ਦੀ ਹੈ ਉੱਥੇ ਜ਼ਬੂਰ ਨੰਬਰ 10 ਜਿਹੜਾ ਵੇ ਨਾ ਹੈ ਜੋ ਹਵਾ ਕੁਦਰਤ ਵਾਲੇ ਉੱਠ ਤੇ ਆਪਣਾ ਹੱਥ ਵਧਾ ਕਦੀ ਨਾ ਭੁੱਲ ਅੱਗੇ ਮੈਨੂੰ ਆਇਤ ਯਾਦ ਨਹੀਂ ਆਉਂਦੀ ਲੇਕਿਨ ਆਈ ਵਿਲ ਫਾਈਂਡ ਆਊਟ ਦਿਸ ਜ਼ਬੂਰ ਔਰ ਅਸੀਂ ਇਹਨੂੰ ਜ਼ਰੂਰ ਸਿੱਖਾਂਗੇ ਤਾਂ ਕਿ ਅਸੀਂ ਖੁਦਾ ਅੱਗੇ ਦੁਆ ਕਰ ਸਕੀਏ। ਸੋ ਜੀ ਵਾਂਸ ਅਗੇਨ ਥੈਂਕ ਯੂ ਵੈਰੀ ਮਚ। ਜਿਹੜੇ ਲੋਕ ਸੁਣਨ ਡਏ ਨੇ ਜਾਂ ਮੌਜੂਦ ਨੇ ਇਨ ਪਰਸਨ ਜਾਂ ਰਿਕਾਰਡਿੰਗ ਦੇ ਵਸੀਲੇ ਇਹਨੂੰ ਸ਼ੇਅਰ ਕਰੋ ਬਾਕੀ ਲੋਕਾਂ ਤੱਕ ਪਹੁੰਚਾਓ ताकि लोगों तक खुदा दा कलाम जिहड़ा वे ज़्यादा ज़्यादा पहुंच सके। थैंक यू वेरी मच। थैंक यू जी बाय थैंक यू।